ਜਾਲੀ ਆਈਡੀ ਤੋਂ ਮੇਰੀਆਂ ਫੋਟੋ ਪਾ ਕੇ ਗਲਤ ਕਮੈਂਟਸ ਲਿਖ ਰਿਹਾ ਹੈਗਾ। ਮੈਂ ਉਹਨੂੰ ਚੈਲੰਜ ਕਰਦੀ ਹਾਂ, ਉਹ ਜੇ ਕਿਧਰੇ ਵੀ ਜਦੋਂ ਸੁਣਦਾ ਹੋਵੇ ਪਲੀਜ਼ ਇਹ ਮੇਰੀ ਵੀਡੀਓ ਤੱਕ ਪਹੁੰਚਾ ਦਿੱਤੀ ਜਾਵੇ। ਜਾਲੀ ਆਈਡੀ ਤੇ ਕਿਸੇ ਨੂੰ ਧਮਕੀਆਂ ਦੇਣੀਆਂ, ਕਿਸੇ ਦੇ ਕਰੈਕਟਰ ਤੇ ਉਂਗਲੀ ਉਠਾਉਣੀ ਬਿਲਕੁਲ ਗਲਤ ਹੈ। ਮੈਂ ਗਿੱਲ ਹਰਪ੍ਰੀਤ ਨੂੰ ਚੈਲੰਜ ਕਰਦੀ ਹਾਂ, ਗਿੱਲ ਹਰਪ੍ਰੀਤ ਦੀ ਆਈਡੀ ਨੂੰ ਚੈਲੰਜ ਕਰਦੀ ਹਾਂ ਭਈ ਆਪਦਾ ਜੇ ਤੂੰ ਪਿਓ ਦਾ ਹੈ, ਜੇ ਤੂੰ ਪਿਓ ਦਾ ਹੈ ਤਾਂ ਆਪਦੀ ਅਸਲੀ ਜਿਹੜੀ ਆਈਡੀ ਹੈ ਉਹ ਲੈ ਕੇ ਜਿੱਥੇ ਮਰਜ਼ੀ ਮਿਲ ਲਾ। ਬੇਅੰਤ ਇੱਥੇ ਰਹਿੰਦੀ ਆ, ਮੋਗੇ 'ਚ ਰਹਿੰਦੀ ਆ, ਕਵੇਂ ਤਾਂ ਕੈਨੇਡਾ 'ਚ ਵੀ ਆ ਜਾਊਂ, ਮੈਨੂੰ 5 ਮਿੰਟ ਲੱਗਣੇ ਵੀਜ਼ਾ ਲੈਣ ਨੂੰ। ਪਰ ਇੱਕ ਗੱਲ ਸੁਣ ਲੈ ਭਈ ਆਪਦਾ ਸਭ ਤੋਂ ਪਹਿਲਾਂ ਲਾਈਵ ਹੋ ਤੇ ਆਪਦੀ ਆਈਡੀ ਦਿਖਾ ਕੇ ਮੈਂ ਕੌਣ ਆ। ਹਾਂਜੀ, ਸਤਿ ਸ੍ਰੀ ਅਕਾਲ ਪਿਆਰੇ ਦੋਸਤੋ, ਬਹੁਤ ਬਹੁਤ ਪਿਆਰ, ਬਹੁਤ ਬਹੁਤ ਸਤਿਕਾਰ। ਸੋ ਪਿਆਰੇ ਦੋਸਤੋ, ਅੱਜ ਮੈਂ ਜਿਹੜੀ ਕਾਰਨ ਲਾਈਵ ਹੋਈ ਆ ਉਹ ਬਹੁਤ ਜ਼ਰੂਰੀ ਆ ਔਰ ਉਹਨਾਂ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦੀ ਹਾਂ ਕਿ ਇੱਕ ਕੈਨੇਡਾ ਤੋਂ ਇੱਕ ਗਿੱਲ ਹਰਪ੍ਰੀਤ ਨਾਂ ਦੀ ਆਈਡੀ ਦਾ ਬੰਦਾ, ਜਿਹੜਾ ਕਿ ਜਾਲੀ ਆਈਡੀ ਹੈਗੀ ਆ, ਜਾਲੀ ਆਈਡੀ ਤੋਂ ਮੇਰੀਆਂ ਫੋਟੋ ਪਾ ਕੇ ਗਲਤ ਕਮੈਂਟਸ ਲਿਖ ਰਿਹਾ ਹੈਗਾ। ਮੈਂ ਉਹਨੂੰ ਚੈਲੰਜ ਕਰਦੀ ਹਾਂ, ਉਹ ਜੇ ਕਿਧਰੇ ਵੀ ਜਦੋਂ ਸੁਣਦਾ ਹੋਵੇ ਪਲੀਜ਼ ਇਹ ਮੇਰੀ ਵੀਡੀਓ ਤੱਕ ਪਹੁੰਚਾ ਦਿੱਤੀ ਜਾਵੇ। ਮੈਂ ਉਹਨੂੰ ਚੈਲੰਜ ਕਰਦੀ ਹਾਂ ਕਿ ਆਪਣੀ ਰੀਅਲ ਆਈਡੀ ਲੈ ਕੇ ਕਿਸੇ ਵੀ ਚੈਨਲ ਤੇ ਲਾਈਵ ਆ ਜੇ ਜਾਂ ਲਾਈਵ ਹੋ ਜਾਵੇ ਕਿ ਮੈਂ ਕੌਣ ਆ। ਜਾਲੀ ਆਈਡੀ ਤੇ ਕਿਸੇ ਨੂੰ ਧਮਕੀਆਂ ਦੇਣੀਆਂ, ਕਿਸੇ ਦੇ ਕਰੈਕਟਰ ਤੇ ਉਂਗਲੀ ਉਠਾਉਣੀ ਬਿਲਕੁਲ ਗਲਤ ਹੈ। ਬਾਕੀ ਮੈਂ ਆਪਣੇ ਚਾਹਣ ਵਾਲਿਆਂ ਨੂੰ ਦੱਸ ਦਵਾਂ ਕਿ ਤੁਹਾਨੂੰ ਕਿਸੇ ਗੱਲੋਂ ਸ਼ਰਮਿੰਦਾ ਹੋਣ ਦੀ ਲੋੜ ਨਹੀਂ ਆ। ਜੋ ਵੀ ਮੇਰੀ ਜ਼ਿੰਦਗੀ 'ਚ ਜੇ ਹੋਇਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਤਾਂ ਐਸਾ ਕੁਝ ਨਹੀਂ ਆ ਕਿ ਜੇ ਕੁਝ ਤੁਹਾਨੂੰ ਮੂੰਹ ਲਗਾਉਣਾ ਪਵੇ ਕਿ ਤੁਸੀਂ ਮੈਨੂੰ ਪਿਆਰ ਕਰਦੇ ਹੋ। ਔਰ ਵਿਸ਼ਵਾਸ ਕਰੋ ਕਿ ਬੇਅੰਤ ਦੀ ਜ਼ਿੰਦਗੀ 'ਚ ਐਸਾ ਕੁਝ ਨਹੀਂ ਆ ਕਿ ਤੁਹਾਨੂੰ ਮੂੰਹ ਲਗਾਉਣਾ ਪਵੇ। ਤੁਸੀਂ ਪ੍ਰਾਊਡ ਨਾਲ ਮੇਰੇ ਦੋਸਤ ਰਹਿ ਸਕਦੇ ਹੋ, ਐਸਾ ਕੁਝ ਨਹੀਂ ਹੋਇਆ। ਪਰ ਜਿਹੜਾ ਸਿੰਘ ਹਰਪ੍ਰੀਤ ਉਹਨੂੰ ਮੈਂ ਚੈਲੰਜ ਕਰਦੀ ਹਾਂ, ਜੇ ਉਹ ਬੰਦਾ ਵਾਕਿਆ ਹੀ ਰੀਅਲ ਆ, ਉਹ ਆਪਣੀ ਜਾਲੀ ਆਈਡੀ ਤੋਂ ਕੁੜੀਆਂ ਬਾਰੇ ਗਲਤ ਫੋਟੋ ਪਾ ਰਿਹਾ ਹੈਗਾ। ਤੇ ਇਸ ਬੇਅੰਤ ਕੌਰ ਬਾਜਵਾ ਨੇ ਵੀ ਉਹਨੂੰ ਲਲਕਾਰਿਆ ਸੀਗਾ ਜਦੋਂ ਉਹਨੇ ਕਿਹਾ ਸੀਗਾ ਕਿ ਮੈਂ ਤੇਰੀ ਬਲੂ ਫਿਲਮ ਲੈ ਕੇ ਆਉਣਾ। ਉਦੋਂ ਬੇਅੰਤ ਕੌਰ ਬਾਜਵਾ ਨੇ ਵੀ ਕਿਹਾ ਸੀ ਵੀ ਮੇਰੀ ਬਲੂ ਫਿਲਮ ਵੀ ਲਿਆ ਤੇ ਆਪਦੀ ਆਈਡੀ ਲੈ ਕੇ ਜੇ ਗੁਰਦਾਰੇ 'ਚ ਆ ਜਾਂ ਸਾਹਮਣੇ ਲਾਈਵ ਆ। ਮੈਂ ਗਿੱਲ ਹਰਪ੍ਰੀਤ ਨੂੰ ਚੈਲੰਜ ਕਰਦੀ ਹਾਂ, ਗਿੱਲ ਹਰਪ੍ਰੀਤ ਦੀ ਆਈਡੀ ਨੂੰ ਚੈਲੰਜ ਕਰਦੀ ਹਾਂ ਭਈ ਆਪਦਾ ਜੇ ਤੂੰ ਪਿਓ ਦਾ ਹੈ, ਜੇ ਤੂੰ ਪਿਓ ਦਾ ਹੈ ਤਾਂ ਆਪਦੀ ਅਸਲੀ ਜਿਹੜੀ ਆਈਡੀ ਹੈ ਉਹ ਲੈ ਕੇ ਜਿੱਥੇ ਮਰਜ਼ੀ ਮਿਲ ਲਾ। ਬੇਅੰਤ ਇੱਥੇ ਰਹਿੰਦੀ ਆ, ਮੋਗੇ 'ਚ ਰਹਿੰਦੀ ਆ, ਕਵੇਂ ਤਾਂ ਕੈਨੇਡਾ 'ਚ ਵੀ ਆ ਜਾਊਂ, ਮੈਨੂੰ 5 ਮਿੰਟ ਲੱਗਣੇ ਵੀਜ਼ਾ ਲੈਣ ਨੂੰ। ਪਰ ਇੱਕ ਗੱਲ ਸੁਣ ਲੈ ਭਈ ਆਪਦਾ ਸਭ ਤੋਂ ਪਹਿਲਾਂ ਲਾਈਵ ਹੋ ਤੇ ਆਪਦੀ ਆਈਡੀ ਦਿਖਾ ਕੇ ਮੈਂ ਕੌਣ ਆ। ਤੇਰੀ ਆਈਡੀ ਤੋਂ ਪਤਾ ਲੱਗਣਾ ਕਿ ਤੂੰ ਕੌਣ ਆ। ਤੂੰ ਕੌਣ ਆ ਉਹਦੇ ਬਾਰੇ ਵੀ ਅਸੀਂ ਪਤਾ ਲਾ ਲਿਆ ਕਿ ਤੂੰ ਕਿੰਨੇ ਫਰਾਡ ਕਰਕੇ ਗਿਆ ਪੰਜਾਬ 'ਚੋਂ। ਕੈਨੇਡਾ 'ਚ ਵੀ ਤੇਰੇ ਤੇ, ਟੋਰਾਂਟੋ ਵਿੱਚ ਤੇਰੇ ਤੇ FIR ਹੋਈਆਂ ਵੀਆਂ ਫਰਾਡ ਦੀਆਂ। ਤੇ ਤੂੰ ਕੁੜੀਆਂ ਨੂੰ ਹੁਣ ਇਹ ਬਲੈਕਮੇਲ ਕਰ ਰਿਹਾ, ਮੇਰੀਆਂ ਫੋਟੋ 2-4 ਦਿਨ ਤੋਂ ਪਾ ਰਿਹਾ ਭਈ ਮੈਂ ਇਹ ਤੋਂ ਪੈਸੇ ਲਵਾਂਗਾ। ਮੈਂ ਕਿਸੇ ਨੂੰ ਪੈਸੇ ਨਹੀਂ ਦਿੰਦੀ, ਨਾ ਹੀ ਮੈਨੂੰ ਕੋਈ ਡਰ ਆ। ਜੇ ਮੇਰਾ ਕੋਈ ਪਾਸਟ ਰਿਹਾ ਤਾਂ ਮੇਰੇ ਮਾਪਿਆਂ ਨੂੰ, ਮੇਰੇ ਭੈਣ ਭਰਾਵਾਂ ਨੂੰ, ਮੇਰੇ ਸਮਾਜ ਵਾਲਿਆਂ ਨੂੰ, ਮੇਰੇ ਦੋਸਤਾਂ ਮਿੱਤਰਾਂ ਨੂੰ, ਮੇਰੇ ਸਾਰੇ ਚਾਹਣ ਵਾਲਿਆਂ ਨੂੰ ਪਤਾ ਹੋਊਗਾ। ਐਸਾ ਮੇਰਾ ਕੋਈ ਪਾਸਟ ਨਹੀਂ ਆ ਕਿ ਕੋਈ ਮੈਨੂੰ ਬਲੈਕਮੇਲ ਕਰ ਸਕੇ। ਮੈਂ ਐਸਾ ਕੁਝ ਵੀ ਗਲਤ ਨਹੀਂ ਕੀਤਾ ਕਿ ਕੋਈ ਮੈਨੂੰ ਬਲੈਕਮੇਲ ਕਰ ਸਕੇ। ਤੇ ਜਿਨ੍ਹਾਂ ਲੋਕਾਂ ਦੇ ਇਹ ਨਾਂ ਨਾਲ ਜੋੜ ਰਿਹਾ ਹੈ ਉਹ ਵੀ ਜਲਦੀ ਤਕੜੇ ਹੋ ਕੇ ਇਹਨੂੰ ਮਿਲਣਗੇ। ਅੱਧੇ ਤਾਂ ਕੈਨੇਡਾ 'ਚ ਹੀ ਹੈਗੇ ਆ, ਜਿਨ੍ਹਾਂ ਲੋਕਾਂ ਦੇ ਐਵੇਂ ਨਾਂ ਫਲਾਣੇ ਪਿੰਡ ਦਾ ਫਲਾਣੇ ਪਿੰਡ ਦਾ, ਉਹ ਵੀ ਇਹਨੂੰ ਮਿਲਣਗੇ। ਪਰ ਮੇਰਾ ਇੱਕੋ ਹੀ ਚੈਲੰਜ ਆ, ਮੇਰੇ ਚੈਲੰਜ ਨੂੰ ਗਿੱਲ ਹਰਪ੍ਰੀਤ, ਜੇ ਤੂੰ ਚੈਲੰਜ ਮੇਰਾ ਸਵੀਕਾਰ ਕਰਦਾ ਤਾਂ ਆਪਦੀ ਆਈਡੀ ਲੈ ਕੇ ਹੁਣੇ ਲਾਈਵ ਹੋ। ਜੇ ਚਾਹਵੇਂ ਤਾਂ ਮੇਰੇ ਚੱਲਦੇ ਲਾਈਵ 'ਚ ਵੀ ਮਤਲਬ ਹੋ, ਲਾਈਵ ਹੋ ਤੇ ਆਪਦੀ ਆਈਡੀ ਦਿਖਾ, ਅਸਲੀ ਪ੍ਰੂਫ ਦਿਖਾ, ਤੇ ਮੈਂ ਤੇਰਾ ਕੋਈ ਵੀ ਚੈਲੰਜ ਸਵੀਕਾਰ ਮਤਲਬ ਕਰੂੰਗੀ ਤੇ ਮੈਂ ਤੇਰੇ ਪੈਰਾਂ 'ਚ ਬਹਿ ਜਾਊਂਗੀ। ਤੂੰ ਆਪਣੀ ਆਈਡੀ ਤਾਂ ਦਿਖਾ, ਤੂੰ ਕੌਣ ਆ। ਤੂੰ ਆਈਡੀ ਦਿਖਾਏਗਾ ਹੀ ਨਹੀਂ ਕਿਉਂਕਿ ਤੇਰੇ ਤੇ ਹਜ਼ਾਰਾਂ ਪਰਚੇ ਦਰਜ ਹੋਏ ਵੇ ਆ। ਮੈਂ ਬੋਲਣਾ ਨਹੀਂ ਚਾਹੁੰਦੀ ਸੀ, ਪਰ ਮੈਂ ਆਪਣੇ ਜਿੱਦਾਂ ਕਹਿੰਦੇ ਮੈਨੂੰ ਹੁਣ ਇਦਾਂ ਲੱਗਾ ਕਿ ਤੂੰ ਵੱਧ ਰਿਹਾ। ਮੈਨੂੰ ਪਤਾ ਤਾਂ ਸੀਗਾ 2-3 ਦਿਨ ਤੋਂ ਤੂੰ ਜੋ ਕਰ ਰਿਹਾ ਹੈਗਾ, ਪਰ ਹੁਣ ਤੂੰ ਆਪਣੀ ਜਿਹੜੀ ਹੱਦਾਂ ਬੰਨੇ ਸੀ ਉਹ ਟੱਪ ਰਿਹਾ ਸੀ। ਇਹ ਹੱਦਾਂ ਬੰਨੇ ਮੈਂ ਕਿਸੇ ਨੂੰ ਟੱਪਣ ਨਹੀਂ ਦਿੰਦੀ। ਜੇ ਤੂੰ ਮੇਰੇ ਤੇ ਚਿੱਕੜ ਉਛਾਲ ਲੇਗਾ ਨਾ, ਉਹ ਚਿੱਕੜ ਤੇਰੇ ਤੇ ਹੀ ਪੈਣਾ। ਮੈਂ ਬਹੁਤ ਵਧੀਆ ਔਰਤ ਹਾਂ, ਇਹ ਮੈਂ ਜਿੱਦਾਂ ਕਹਿੰਦੇ ਮੈਂ ਸਾਰੇ ਆਪਦੇ ਭੈਣ ਭਰਾਵਾਂ ਨੂੰ, ਮੇਰਿਆਂ ਨੂੰ ਵੀ ਪਤਾ ਹੈ, ਮੇਰੇ ਚਾਹਣ ਵਾਲਿਆਂ ਨੂੰ ਵੀ ਪਤਾ ਹੈ, ਮੋਗੇ 'ਚ ਵੀ ਸਭ ਨੂੰ ਪਤਾ ਹੈ ਕਿ ਮੈਂ ਕੌਣ ਹਾਂ ਔਰ ਮੈਂ ਕਿੱਦਾਂ ਦੀ ਹਾਂ ਤੇ ਮੇਰਾ ਪਾਸਟ ਕੀ ਰਿਹਾ। ਮੇਰੇ ਪਾਸਟ ਬਾਰੇ ਵੀ ਮੇਰੇ ਸਾਰੇ ਭੈਣ ਭਰਾਵਾਂ ਨੂੰ ਪਤਾ ਹੈ, ਕਿਸੇ ਤੋਂ ਲੁਕਿਆ ਹੋਇਆ ਨਹੀਂ। ਪਰ ਮੇਰਾ ਪਾਸਟ ਇਦਾਂ ਦਾ ਨਹੀਂ ਆ ਕਿ ਕੋਈ ਮੈਨੂੰ ਬਲੈਕਮੇਲ ਕਰ ਜਾਵੇ ਭਈ ਇੰਨੇ ਪੈਸੇ ਦੇ ਦੇ ਤੇ ਅਸੀਂ ਤੇਰੀਆਂ ਫੋਟੋ ਹਟਾ ਦਿੰਨੇ ਆ। ਤੂੰ 1000 ਫੋਟੋ ਵੀ ਪਾ, ਪਰ ਮੈਂ ਕਹਿੰਦੀ ਹਾਂ ਸਬੂਤ ਲੈ ਕੇ ਆ। ਜੇ ਤੂੰ ਕਹਿੰਦਾ ਨਾ ਫਲਾਣੇ ਨਾਲ ਫਲਾਣੇ ਨਾਲ ਫਲਾਣੇ ਨਾਲ, ਸਬੂਤ ਲੈ ਕੇ ਆ, ਠੀਕ ਹੈ ਨਾ। ਪਰ ਨਾਲ ਆਈਡੀ ਲੈ ਕੇ ਆਈ। ਜੇ ਪਿਓ ਦਾ ਤਾਂ ਆਪਦੀ ਰੀਅਲ ਆਈਡੀ ਲੈ ਕੇ ਆ, ਤੇਰੀ ਰੀਅਲ ਆਈਡੀ ਆਪਦੀ ਦਿਖਾ ਲਾਈਵ ਹੋ ਕੇ
ਜਿਹੜੇ ਤੇਰੇ ਸਬੰਧ ਵਿੱਚ ਪੋਸਟਾਂ ਪਾਉਂਦੇ ਆ। ਕੱਲ ਇੱਕ ਕੈਲਾਸ਼ ਵੀਰ ਦੀ ਅਸੀਂ ਪੋਸਟ ਦੇਖੀ ਜਿਹੜੀ ਤੇਰੇ ਹੱਕ 'ਚ ਪਾਈ ਆ। ਫਿਰ ਇੱਕ ਗੁਰਪ੍ਰੀਤ ਰੰਧਾਵਾ ਵੀਰ ਜੀ ਨੇ ਕੋਈ ਚੈਨਲ ਵਾਲੇ ਹੈਗੇ ਆ, ਉਹਨਾਂ ਨੇ ਉਹ ਬੰਦੇ ਨਾਲ ਗੱਲ ਕੀਤੀ, ਜੇ ਕਿਸੇ ਕੋਈ ਚਾਹਵੇ ਤਾਂ ਮੇਰੇ ਤੋਂ ਸਾਰੀਆਂ ਚੀਜ਼ਾਂ ਲੈ ਸਕਦਾ, ਜੇ ਕੋਈ ਚਾਹਵੇ ਤਾਂ ਉਹ ਰਿਕਾਰਡਿੰਗਾਂ ਵੀ ਮੈਥੋਂ ਲੈ ਸਕਦਾ, ਜਿਹਦੇ 'ਚ ਉਹਦੇ ਚਾਹਣ ਵਾਲੇ ਮਤਲਬ ਜਿਨ੍ਹਾਂ ਤੋਂ ਵੀਡੀਓ ਪਵਾ ਰਿਹਾ ਪੈਸੇ ਦੇ ਕੇ 4500 ਜਾਂ 4800 ਰੁਪਈਆ ਦੇ ਕੇ ਆਪਦੇ ਪੱਖ ਵਿੱਚ ਵੀਡੀਓ ਪਵਾ ਰਿਹਾ। ਮੈਂ ਕਿਸੇ ਤੋਂ ਆਪਦੇ ਪੱਖ ਵਿੱਚ ਵੀਡੀਓ ਨਹੀਂ ਪਵਾਈ, ਹਜੇ ਤੱਕ ਨਹੀਂ ਪਵਾਈ। ਮੇਰੇ ਚਾਹਣ ਵਾਲੇ ਚਾਹੁੰਦੇ ਆ ਬੇਅੰਤ ਦੱਸ ਅਸੀਂ ਤੇਰੇ ਲਈ ਵੀਡੀਓ ਪਾਈਏ, ਨਹੀਂ ਮੈਨੂੰ ਸਫਾਈ ਨਹੀਂ ਦੇਣੀ। ਮੈਂ ਜੋ ਆ ਦੁਨੀਆ ਦੇ ਸਾਹਮਣੇ ਆ, ਜੋ ਸੀ ਮੈਂ ਦੁਨੀਆ ਦੇ ਸਾਹਮਣੇ ਆ, ਜੋ ਮੈਂ ਹੋਊਂਗੀ ਉਹ ਵੀ ਮੈਂ ਦੁਨੀਆ ਦੇ ਸਾਹਮਣੇ ਹੋਊਂਗੀ। ਮੈਂ ਕਿਸ ਤੋਂ ਡਰਦੀ ਨਹੀਂ। ਸਿੰਘ ਹਰਪ੍ਰੀਤ, ਮੈਂ ਤੈਨੂੰ ਫਿਰ ਤੋਂ ਲਲਕਾਰਦੀ ਆ, ਇੱਕ ਔਰਤ ਮਰਦ ਬਣ ਕੇ ਤੈਨੂੰ ਲਲਕਾਰਦੀ ਆ। ਪਿਓ ਦਾ ਹੈ, ਜੇ ਤੂੰ ਪਿਓ ਦਾ ਹੈ ਤਾਂ ਆਪਦੀ ਆਈਡੀ ਲੈ ਕੇ ਲਾਈਵ ਹੋ, ਆਪਦੀ ਆਈਡੀ ਦਿਖਾ, ਤੂੰ ਅਸਲੀ 'ਚ ਕੌਣ ਆ। ਮੈਂ ਅਸਲੀ 'ਚ ਆ, ਮੈਂ ਸਾਹਮਣੇ ਖੜੀ ਹਾਂ, ਇਹੀ ਮੇਰਾ ਚਿਹਰਾ ਹੈ। ਕਦੇ ਭੁਲੇਖੇ 'ਚ ਨਾ ਪਿਆ ਜੇ, ਆਹੀ ਬੇਅੰਤ ਹੁੰਦੀ ਹੈ। ਕੋਈ ਮੇਕਅਪ ਨਹੀਂ ਕਰਦੀ, ਕੋਈ ਆਪਦੇ ਆਪ ਨੂੰ ਢੱਕਦੀ ਨਹੀਂ। ਦੂਸਰੀ ਗੱਲ, ਜਦੋਂ ਮੇਰੀਆਂ ਅਖਬਾਰਾਂ 'ਚ ਰਚਨਾਵਾਂ ਲੱਗਦੀਆਂ ਉਹ ਵੀ ਮੇਰੀਆਂ ਇਸੇ ਨਾਮ ਨਾਲ ਹੀ ਲੱਗਦੀਆਂ, ਇਸੇ ਨੰਬਰ 94,656 06210 94,656 06210 ਮੇਰਾ ਨੰਬਰ ਹੁੰਦਾ। ਉਹੀ ਨੰਬਰ ਤੇ ਮੇਰਾ ਐਡਰੈਸ ਆ, ਉਹੀ ਮੇਰਾ ਚਿਹਰਾ ਇੱਥੇ ਆ। ਗਿੱਲ ਹਰਪ੍ਰੀਤ, ਜੇ ਪਿਓ ਦਾ ਹੈ, ਤੈਨੂੰ ਚੈਲੰਜ ਕਰਦੀ ਹੈ ਇੱਕ ਔਰਤ, ਜੇ ਪਿਓ ਦਾ ਹੈ ਤਾਂ ਆਈਡੀ ਦਿਖਾ ਦੇ ਲਾਈਵ ਹੋ ਕੇ, ਫਿਰ ਤੂੰ ਮੇਰੇ ਨਾਲ ਲਈ ਹਜ਼ਾਰਾਂ ਗੱਲਾਂ ਕਰ ਸਕਦਾ ਹੈ, ਮੇਰੇ ਕਰੈਕਟਰ ਤੇ ਉਂਗਲਾਂ ਚੱਕ ਸਕਦਾ ਹੈ, ਮੈਨੂੰ ਬਲੈਕਮੇਲ ਕਰ ਸਕਦਾ ਹੈ। ਪਰ ਤੂੰ ਉਹਨਾਂ ਕੁੜੀਆਂ ਨੂੰ ਬਲੈਕਮੇਲ ਕਰ ਸਕਦਾ ਹੈ ਜਿਹੜੀਆਂ ਵਿਚਾਰੀਆਂ ਨਿਮਾਣੀਆਂ ਤੇਰੇ ਜਾਲ 'ਚ ਫਸ ਜਾਂਦੀਆਂ। ਮੈਂ ਨਹੀਂ ਫਸਦੀ, ਮੈਂ ਤੇਰੇ ਚਿਹਰੇ ਦੇਖ ਚੁੱਕੀ ਹਾਂ ਕਿੰਨੇ ਹੈਗੇ ਆ। ਆਪਦਾ ਨਕਾਬ ਉਤਾਰ ਕੇ ਆ। ਮੈਂ ਆਪਦੀਆਂ ਦੂਜੀਆਂ ਭੈਣਾਂ ਨੂੰ ਵੀ ਕਹਿਣਾ ਚਾਹੁੰਦੀ ਹਾਂ ਕਿ ਭੈਣੋ, ਇਹ ਕਿਉਂ ਹੋ ਰਿਹਾ? ਕਿਉਂਕਿ ਮੈਂ ਬੇਅੰਤ ਕੌਰ ਬਾਜਵਾ ਬਾਰੇ ਗੱਲ ਕੀਤੀ। ਕੋਈ ਭੈਣ ਭਰਾ ਮੈਨੂੰ ਇਹ ਦੱਸ ਦਿਓ ਕਿ ਮੈਂ ਬੇਅੰਤ ਕੌਰ ਬਾਜਵਾ ਦਾ ਪੱਖ ਬਿਲਕੁਲ ਨਹੀਂ ਲਿਆ, ਮੈਂ ਕਾਨੂੰਨ ਤੇ ਸਿੱਟਿਆ। ਦੇਖੋ ਉਸ ਦਿਨ ਸਾਰਿਆਂ ਨੇ ਰੌਲਾ ਪਾਤਾ ਕੁੜੀ ਰਿਪੋਰਟ ਹੋਊਗੀ, ਹਨਾ। ਮੈਂ ਉਸ ਦਿਨ ਵੀ ਮੈਂ ਇਸੇ ਗੱਲ ਤੇ ਸੀ ਕਿ ਕਿਸੇ ਕੁੜੀਆਂ ਦੀਆਂ ਫੋਟੋ ਨਾ ਪਾਓ, ਵੀਡੀਓ ਨਾ ਪਾਓ। ਵੀ ਇਹ ਨਹੀਂ ਸੀ ਕਿ ਮੈਂ ਖੜੀ ਬੇਅੰਤ ਕੌਰ ਬਾਜਵਾ ਦੇ ਹੱਕ 'ਚ ਖੜ ਗਈ ਸੀ। ਸਿਰਫ ਤੇ ਸਿਰਫ ਜੇ ਤੁਸੀਂ ਉਸ ਵੀਡੀਓ ਨੂੰ ਧਿਆਨ ਨਾਲ ਸੁਣੋਗੇ ਉਹਦੇ 'ਚ ਵੀ ਇਹੀ ਸੀਗਾ ਭਈ ਕਿਸੇ ਦੀਆਂ ਧੀ ਭੈਣ ਦੀ ਵੀਡੀਓ ਨਾ ਪਾਓ। ਦੇਖੋ ਤੁਹਾਡੇ ਘਰ ਧੀ ਨਹੀਂ ਹੋ ਸਕਦੀ, ਭੈਣ ਨਹੀਂ ਹੋ ਸਕਦੀ, ਪਰ ਮਾਂ ਤੁਹਾਡੇ ਘਰ ਜ਼ਰੂਰ ਹੋਊਗੀ, ਠੀਕ ਹੈ ਨਾ। ਤੁਹਾਡੇ ਘਰ ਮਾਂ ਜ਼ਰੂਰ ਹੋਊਗੀ ਕਿਉਂਕਿ ਤੁਸੀਂ ਜਨਮ ਲਿਆ। ਉਹ ਕਹਿਣਾ ਨਹੀਂ ਚਾਹੁੰਦੀ, ਬਹੁਤ ਚੰਗੇ ਭੈਣ ਭਰਾ ਮੇਰੇ ਨਾਲ ਜੁੜੇ ਹੋਏ ਆ ਜਿਹੜੇ ਬਹੁਤ ਹੀ ਵੈਲ ਐਜੂਕੇਟਡ ਹੈਗੇ ਆ, ਚੰਗੇ ਲੋਕ ਆ, ਬਹੁਤ ਵਧੀਆ ਸੰਸਥਾਵਾਂ ਨਾਲ ਜੁੜੇ ਹੋਏ ਆ, ਸਮਾਜ 'ਚ ਬਹੁਤ ਚੰਗਾ ਕਰ ਰਹੇ ਆ। ਬਹੁਤ ਸਾਰੇ ਲੋਕ ਮੇਰੇ ਨਾਲ ਇੱਦਾਂ ਦੇ ਜੁੜੇ ਹੋਏ ਆ, है ना। मैं चाहती नहीं कि मैं तो इदा नहीं कोई गल करा, है ना। पर यदा मतलब ये नहीं हो गया कि जो मैं बेअंत बाजवा ते होर कुड़ियां बारे ये कहता कि फोटो ना पाओ, तुसीं मेरियां फोटो पाउणियां शुरू कर दियां। मैं इदा दी गिद्दड़ धमकियां तो नहीं डरदी। उस कुड़ी दी तुसीं ब्लू फिल्म नकली सिर ला के चेहरा ला के की वायरल की। रमनदीप कौर मरखाई की एक ब्लू फिल्म तुसीं आपदे ने ओहदा चेहरा ला के एडिट करके वायरल की। फिर तुहानूं की मिलिया सब नूं? ਉਹ ਤੁਸੀਂ ਉਸੇ ਕੁੱਖ ਨੂੰ ਗਾਲ ਕੱਢਦੇ ਹੋ ਜਿੱਥੋਂ ਜੰਮੇ ਹੋ। ਸ਼ਰਮ ਕਰੋ। ਉਹ ਉਸੇ ਔਰਤ ਨੂੰ ਗਾਲ ਕੱਢਦੇ ਹੋ ਜਿਹਦਾ ਦੁੱਧ ਚੋਂ ਕੇ ਤੁਸੀਂ ਵੱਡੇ ਹੋਏ ਹੋ। ਸ਼ਰਮ ਕਰੋ। ਤੁਹਾਡੀ ਮਾਂ ਨੂੰ ਗਾਲ ਜਾਂਦੀ ਆ, ਜੈਸਾ ਦੁੱਧ ਵੈਸੀ ਬੁੱਧ। ਬੇਅੰਤ ਦਾ ਕੋਈ, ਮੈਂ ਸਾਰੇ ਆਪਣੇ ਚਾਹਣ ਵਾਲਿਆਂ ਨੂੰ ਵੀ ਕਹਿੰਦੀ ਆ, ਗਿੱਲ ਹਰਪ੍ਰੀਤ ਤੈਨੂੰ ਚੈਲੰਜ ਕਰਦੀ ਆ, ਜੇ ਪਿਓ ਦਾ ਤਾਂ 5 ਮਿੰਟ 'ਚ ਆਈਡੀ ਲੈ ਕੇ ਆਪਦੀ ਆਈਡੀ ਤੇ ਲਾਈਵ ਹੋ ਜਾ। ਆਪਣੀ ਆਈਡੀ ਲੈ ਕੇ, ਆਧਾਰ ਕਾਰਡ ਲੈ ਕੇ, ਆਪਣੇ ਪਾਸਪੋਰਟ ਲੈ ਕੇ, ਆਪਣੇ ਸਬੂਤ ਲੈ ਕੇ। ਤੇ ਜੇ ਮੇਰੇ ਆਹ ਹੀ ਮੇਰੇ ਨਾਮ ਆ, ਇਹੀ ਮੇਰਾ ਚਿਹਰਾ ਹੈ, ਹਮੇਸ਼ਾ ਮੈਂ ਲਾਈਵ ਹੁੰਨੀ ਆ। ਉਹੀ ਦਿੱਲੀ ਜਾਂਦੀ ਉਦੋਂ ਵੀ ਇਹੀ ਬੇਅੰਤ ਹੁੰਦੀ ਆ। ਜੇ ਰੁੱਖ ਕੱਟਦੇ ਬਚਾਉਣ ਲਈ ਜਾਂਦੀ ਉਦੋਂ ਵੀ ਇਹੀ ਬੇਅੰਤ ਹੁੰਦੀ ਆ। ਫਿਰ ਤੋਂ ਗਿੱਲ ਹਰਪ੍ਰੀਤ ਮੈਂ ਤੈਨੂੰ ਚੈਲੰਜ ਕਰਦੀ ਆ ਕਿ ਆਪਦੀ ਆਈਡੀ ਦਿਖਾ ਲਾਈਵ ਹੋ ਕੇ, ਨਾਲੇ ਉਹਨੇ ਲੋਕਾਂ ਨੂੰ ਪਤਾ ਲੱਗੇ ਜਿਹੜੇ ਤੇਰੇ ਪੱਖ 'ਚ ਬੋਲਦੇ ਆ ਕਿ ਤੂੰ ਕੌਣ ਆ, ਤੇਰਾ ਅਸਲੀ ਚਿਹਰਾ ਕੀ ਆ। ਤੇਰੇ ਤੇ ਖੋਸੇ ਪਾਂਡੋ 'ਚ ਕਿੰਨੇ ਫਰਾਡ ਦੇ ਕੇਸ ਹੋਏ ਆ, ਤੇਰੇ 'ਚ ਸੁਧਾਰ ਤੇ ਕਿੰਨੇ ਕੇਸ ਹੋਏ ਆ। ਤੇਰਾ ਚਿਹਰਾ ਨੰਗਾ ਹੋਣ ਵਾਲਾ ਹੀ ਆ। ਸਾਡਾ ਚਿਹਰਾ ਤਾਂ ਪਹਿਲਾਂ ਹੀ ਨੰਗਾ ਸੀ, ਅਸੀਂ ਸਮਾਜ ਤੋਂ ਕੁਝ ਨਹੀਂ ਲੁਕੋਇਆ ਹੋਇਆ। ਪਰ ਇਹ ਗੱਲ ਯਾਦ ਰੱਖੀ ਕਿ ਕਿਸੇ ਨੂੰ ਬਲੈਕਮੇਲ ਕਰਨ ਦੇ ਸਿੱਟੇ ਚੰਗੇ ਨਹੀਂ ਨਿਕਲਦੇ। ਬੇਅੰਤ ਕੌਰ ਅੱਜ ਵੀ ਆਪਣੇ ਸਟੈਂਡ ਤੇ ਆ। ਹਾਂ, ਮੈਂ ਇਸ ਗੱਲ ਦੇ ਉਦੋਂ ਵੀ ਸੀਗੀ, ਨਾਲ ਸੀਗੀ, ਕਿਸੇ ਦੀਆਂ ਧੀਆਂ ਭੈਣਾਂ ਦੀਆਂ ਫੋਟੋ ਨਾ ਪਾਓ। ਜਿੰਨਾ ਚਿਰ ਸਾਨੂੰ ਕੋਈ ਸਰਕਾਰ ਜਿਹੜੀ ਹੈਗੀ ਹੈ ਮੁਜਰਮ ਕਰਾਰ ਨਹੀਂ ਦਿੰਦੀ, ਉਹ ਬੰਦਾ ਮੁਜਰਮ ਨਹੀਂ ਹੁੰਦਾ। ਦੂਸਰੀ ਗੱਲ ਇਹੀ ਮੈਂ ਕਹੀ ਸੀ ਵੀ ਰੌਲਾ ਨਾ ਪਾਓ, ਇਦਾਂ ਕੋਈ ਰਿਪੋਰਟ ਨਹੀਂ ਹੁੰਦਾ। ਉਹ ਮੇਰੀਆਂ ਗੱਲਾਂ ਜੇ ਝੂਠੀਆਂ ਤਾਂ ਮੈਨੂੰ ਦੱਸੋ। ਜਿਹੜੇ ਲੋਕੀ ਮੇਰੇ ਤੇ ਹੱਸੇ, ਜਿਹੜੇ 200 ਲੋਕਾਂ ਦਾ ਗੈਂਗ ਸੀ ਜਿਨ੍ਹਾਂ ਨੇ ਗਾਲਾਂ ਕੱਢੀਆਂ, ਮੈਨੂੰ ਕੋਈ, ਉਦੋਂ ਵੀ ਮੈਂ ਕਹਿੰਦੀ ਸੀ ਕਿ ਮੈਨੂੰ ਕੋਈ ਪਰਵਾਹ ਨਹੀਂ, ਪਰ ਸਮਾਂ ਆਉਣ ਤੇ ਇਲਾਜ ਜ਼ਰੂਰ ਕਰਾਂਗੀ। ਸਮੇਂ ਦੀ ਉਡੀਕ ਹੈ। ਤੇ ਦੂਸਰੀ ਗੱਲ ਵੀ ਇਹ ਵੀ ਮੈਂ ਕਹਿ ਦਿਆਂ, ਮੈਂ ਕਿਸੇ ਤੋਂ ਡਰਦੀ ਨਹੀਂ। ਕਈ ਲੋਕ ਕਹਿੰਦੇ ਜੀ ਡਰ ਗਈ, ਮੈਂ ਕਿਸੇ ਤੋਂ ਨਹੀਂ ਡਰਦੀ। ਤੇ ਮੈਂ ਫਿਰ ਤੋਂ ਮੈਂ ਮਹਿਲਾ
ਕਮਿਸ਼ਨਰ ਆਪਣੇ ਚੇਅਰਪਰਸਨ ਮੈਡਮ ਮਨੀਸ਼ਾ ਗੁਲਾਟੀ ਨੂੰ ਵੀ ਕਰਦੀ ਹੈਗੀ ਆ ਵੀ ਅਪੀਲ ਕਰਦੀ ਆ ਕਿ ਇਹ ਜੇ ਲੋਕਾਂ ਦਾ ਜਿਹੜੇ ਲੋਕਾਂ ਦੇ ਸਕੰਜਾ ਕੱਸੇ। ਤੁਸੀਂ ਲੋਕਾਂ ਨੇ ਗਾਲਾਂ ਕੱਢੀਆਂ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਹਾਥੀ ਆਪਣੀ ਚਾਲ ਚੱਲਦਾ ਜਾਂਦਾ, ਕੁੱਤੇ ਬਿੱਲੇ ਭੌਂਕਦੇ ਰਹਿੰਦੇ ਆ। ਔਰ ਮੈਨੂੰ ਪ੍ਰਾਊਡ ਆ ਮੇਰੇ ਉਹਨਾਂ ਦੋਸਤਾਂ ਤੇ ਜਿਨ੍ਹਾਂ ਨੇ ਮੈਨੂੰ ਮੈਸੇਂਜਰ ਤੇ WhatsApp ਤੇ ਡੇਲੀ ਕਿਸੇ ਨੇ ਸ਼ਬਦ ਭੇਜਿਆ, ਭੈਣ ਜੀ ਇਹ ਸ਼ਬਦ ਸੁਣੋ, ਕਿਸੇ ਨੇ ਵਧੀਆ ਪੋਸਟ ਭੇਜੀ, ਭੈਣ ਜੀ ਇਹ ਪੋਸਟ ਦੇਖੋ, ਅਸੀਂ ਤੁਹਾਡੇ ਨਾਲ ਆ, ਹੈਨਾ। ਤੇ ਮੈਨੂੰ ਉਹਨਾਂ ਲੋਕਾਂ ਦੇ ਪ੍ਰਾਊਡ ਸੀ, ਪ੍ਰਾਊਡ ਹੈ, ਪ੍ਰਾਊਡ ਰਹੂਗਾ। ਉਹਨਾਂ ਲੋਕਾਂ ਕਰਕੇ ਅੱਜ ਮੈਂ ਪੰਜਾਬ ਲਈ ਖੜੀ ਆ। ਤੇ ਮੈਨੂੰ ਅਫਸੋਸ ਵੀ ਇੱਕ ਗੱਲ ਦਾ ਇਹ ਹੈਗਾ ਕਿ ਅਸੀਂ ਪੰਜਾਬ ਬਚਾਓ ਮੰਚ ਜਿਹੜਾ ਮਤਲਬ ਬਣਾਇਆ ਸੀ, ਉਹਦੇ ਲਈ ਅਸੀਂ ਇੰਨਾ ਵਰਕ ਕਰ ਰਹੇ ਸੀ, ਆ ਕੁਛ ਕੁੱਤਿਆਂ ਦੇ ਭੌਂਕਣ ਨਾਲ ਉਹਦੇ ਤੇ ਅਸਰ ਪਿਆ। ਨਸ਼ੇ ਜਿਹੜੇ ਕਰਦੇ ਸੀ ਮੁੰਡੇ, ਉਹਦੇ ਲਈ ਅਸੀਂ ਕਾਉਂਸਲਿੰਗ ਕਲਾਸਾਂ ਜਿਹੜੀਆਂ ਮੋਗੇ 'ਚ ਮੈਂ ਸ਼ੁਰੂ ਕਰਨ ਵਾਲੀ ਸੀ ਇੱਕ ਅੱਧੇ ਦਿਨ 'ਚ ਹੀ, ਇਹ 15 ਦਿਨ ਪਹਿਲਾਂ, ਇਹ ਲੋਕਾਂ ਦੇ ਭੌਂਕਣ ਨਾਲ ਉਹਦੇ ਤੇ ਫਰਕ ਪਿਆ। ਤੁਹਾਡਾ ਤਾਂ ਕਿਹਾ ਕੁਛ ਨਹੀਂ ਭੌਂਕਣ ਵਾਲਿਆਂ ਦਾ, ਹਨਾ, ਬਾਕੀ ਲੋਕਾਂ ਦੇ ਕੰਮ ਖੜ ਗਏ। ਪੇਰੈਂਟਸ ਰੋਂਦਿਆਂ ਦੇ ਫੋਨ ਮੇਰੇ ਕੋਲ ਆਉਂਦੇ, ਬੇਅੰਤ ਤੁਸੀਂ ਕਿੱਦਾਂ ਕਲਾਸ ਸ਼ੁਰੂ ਕਰਨੀ ਹੈ। ਮੈਂ ਉਹਨਾਂ ਨੂੰ ਕਿਵੇਂ ਦੱਸਾਂ ਭਈ ਜਿਹੜੇ ਕੁਛ ਕੁੱਤੇ ਮੇਰਾ ਰਾਹ ਹਾਲੇ ਰੋਕੀ ਖੜੇ ਆ, ਪਰ ਸ਼ੇਰਨੀ ਨੂੰ ਕੋਈ ਫਰਕ ਨਹੀਂ ਪੈਂਦਾ। ਫਿਰ ਤੋਂ ਕਹਿ ਦਿਆਂ, ਗਿੱਲ ਹਰਪ੍ਰੀਤ ਤੈਨੂੰ ਇੱਕ ਔਰਤ ਲਲਕਾਰ ਰਹੀ ਆ, ਆਪਣੀ ID ਲੈ ਕੇ ਲਾਈਵ ਹੋ। ਜੇ ਤੂੰ ਪਿਓ ਦਾ ਨਾ, ਮੈਨੂੰ ਤਾਂ ਤੂੰ ਬੜੀਆਂ ਆਪਦੇ ਨੇ ਗੱਲਾਂ ਕਰਦਾ ਨਾ ਵੀ ਫਲਾਣੇ ਨਾਲ ਜੋੜ ਤਾਂ ਢਿੰਕੇ ਨਾਲ, ਤੂੰ ਆਪਦੀ ID ਲੈ ਕੇ ਸਾਹਮਣੇ ਆ ਫੇਸਬੁੱਕ ਤੇ, ਆਪਦਾ ਚਿਹਰਾ ਦਿਖਾ। ਐ ਨਕਲੀ ID ਬਣਾ ਕੇ ਤਾਂ ਕੋਈ ਕਿਸੇ ਤੇ ਵੀ ਦੂਸ਼ਣ ਲਾ ਦੂ, ਕੋਈ ਬਥੇਰਾ ਲੋਕਾਂ ਨੇ ਜਿੱਦਾਂ ਸਾਰਿਆਂ ਤੇ ਹੀ ਲਾਉਂਦੇ ਆ। ਮੈਨੂੰ ਦੁੱਖ ਇਸ ਗੱਲ ਦਾ ਵੀ ਹੈ, ਹਰਸਿਮਰਤ ਕੌਰ ਬਾਦਲ ਦੀਆਂ ਕੁੜੀਆਂ ਤੇ ਵੀ ਲੋਕਾਂ ਨੇ ਉਂਗਲੀ ਉਠਾਈ। ਉਹ ਕੁੜੀਆਂ ਦਾ ਕੀ ਕਸੂਰ ਸੀ ਕਿ ਤੁਹਾਡੇ ਘਰ ਧੀਆਂ ਨਹੀਂ? ਉਦੋਂ ਹਰਸਿਮਰਤ ਕੌਰ ਬਾਦਲ ਹੁਣਾਂ ਨੂੰ ਵੀ ਤਕੜਾ ਸਟੈਂਡ ਲੈਣਾ ਚਾਹੀਦਾ ਸੀ, ਪਰ ਉਹਨਾਂ ਨੇ ਨਹੀਂ ਲਿਆ। ਇੱਥੋਂ ਹੀ ਗਲਤੀ ਸ਼ੁਰੂ ਹੋਈ ਆ। ਬਾਕੀ ਫਿਰ ਤੋਂ ਕਹਿੰਦੀ ਆ, ਗਿੱਲ ਹਰਪ੍ਰੀਤ ਨਾ ਮੈਂ ਤੇਥੋਂ ਡਰਦੀ ਆ, ਨਾ ਤੇਰੀਆਂ ਧਮਕੀਆਂ ਤੋਂ ਡਰਦੀ ਆ, ਨਾ ਤੇਰੀਆਂ ਫੋਟੋਆਂ ਤੋਂ ਡਰਦੀ ਆ। ਜਿੰਨੀਆਂ ਮਰਜ਼ੀ ਪਾ ਲਾ, ਜਾਲੀ ID ਬਣਾ ਕੇ ਤਾਂ ਕੋਈ ਕੁਛ ਕਹਿ ਦੇਵੇ, ਹਨਾ, ਪਰ ਇੱਜ਼ਤ ਸਭ ਨੂੰ ਪਿਆਰੀ ਹੁੰਦੀ ਹੈ। ਜੇ ਕਿਸੇ ਦੀ ਇੱਜ਼ਤ ਤੇ ਕੋਈ ਉਂਗਲ ਚੱਕੇ ਤੇ ਕੋਈ ਚੁੱਪ ਬਹਿਣ ਵਾਲਾ ਨਹੀਂ ਹੁੰਦਾ। ਜਾਂ ਤਾਂ ਇੱਥੇ ਮਿਲ ਲਾ, ਲਾਈਵ ਹੋ ਜਾ, ਤੇ ਜਾਂ ਫਿਰ ਕੈਨੇਡਾ ਵੀ ਮੈਨੂੰ ਆਉਣ ਦੀ ਮੇਰੀ ਪੂਰੀ ਤਿਆਰੀ ਆ। ਮੈਂ ਆਪਣੇ ਪੂਰੇ ਜਿਹੜੇ ਭੈਣ ਭਰਾ ਹੈਗੇ ਆ ਕੈਨੇਡਾ 'ਚ, ਉਹਨਾਂ ਦੀ ਡਿਊਟੀ ਲਾਤੀ ਆ ਬਈ ਕੀ ਕਰਨਾ ਉਹਨਾਂ ਨੇ ਸੋਚਣਾ ਵੀ ਉਹਨਾਂ ਨੇ ਕੀ ਕਰਨਾ। ਮੈਂ ਨਹੀਂ ਉਹਦੇ ਬਾਰੇ ਸੋਚਣਾ। ਉਹ ਕਹਿੰਦੇ ਬੇਅੰਤ ਤੁਸੀਂ ਟੈਨਸ਼ਨ ਫਰੀ ਹੋ ਕੇ ਕੰਮ ਕਰੋ, ਅਸੀਂ ਸੋਚਣਾ ਅਸੀਂ ਕੀ ਕਰਨਾ। ਤੇ ਹੁਣ ਗਿੱਲ ਹਰਪ੍ਰੀਤ ਚੂਹਾ ਬਣ ਕੇ ਖੁੱਡ 'ਚ ਜਾਂ ਤਾਂ ਬੈਠਾ ਰਹੇਗਾ, ਤੇ ਜਾਂ ਫਿਰ ਆਪਦੀ ਅਸਲੀ ID ਲੈ ਕੇ ਸ਼ੇਰ ਬਣ ਕੇ ਬਾਹਰ ਆਏਗਾ। ਅਸਲੀ ID ਤੂੰ ਲੈ ਕੇ ਨਹੀਂ ਆਏਗਾ, ਕਿਉਂਕਿ ਜਿਹੜੀ ਤੇਰੀ ਅਸਲੀ ID ਆ ਉਹਦੇ ਤੇ ਤੇਰੇ ਤੇ ਫਰਾਡ ਦੇ ਕੇਸ ਦਰਜ ਹੋਏ ਆ ਕੈਨੇਡਾ ਦੇ ਟੋਰਾਂਟੋ ਵਿੱਚ ਔਰ ਪੰਜਾਬ 'ਚ। ਕਿਹੜਾ ਮੂੰਹ ਲੈ ਕੇ ਲੋਕਾਂ ਨੂੰ ਦਿਖਾਏਗਾ? ਮੇਰੇ ਤੇ ਕੋਈ ਫਰਾਡ ਦਾ ਕੇਸ ਨਹੀਂ ਹੋਇਆ, ਮੇਰਾ ਕੋਈ ਐਸਾ ਪਾਸਟ ਨਹੀਂ ਕਿ ਮੇਰੇ ਚਾਹੁਣ ਵਾਲੇ ਸ਼ਰਮਿੰਦੇ ਹੋਣ। ਤੇ ਮੈਂ ਆਪਣੇ ਚਾਹੁਣ ਵਾਲਿਆਂ ਨੂੰ ਵੀ ਕਹਿਣਾ ਚਾਹੁੰਦੀ ਆ ਕਿ ਤੁਸੀਂ ਕਿਸੇ ਗੱਲੋਂ ਉਹ ਟੈਨਸ਼ਨ ਨਾ ਲਓ। ਮੈਂ ਤੁਹਾਨੂੰ ਵੀ ਪਿਆਰ ਕਰਦੀ ਹਾਂ, ਤੁਹਾਡਾ ਸਤਿਕਾਰ ਕਰਦੀ ਹਾਂ, ਤੁਹਾਡਾ ਮਾਣ ਮੇਰੇ ਤੇ ਬਣਿਆ ਰਹੂਗਾ। ਭਈ ਤੁਹਾਡਾ ਇੱਕ ਮਾਣ ਜਿਹੜਾ ਤੁਸੀਂ ਮੇਰੇ ਤੇ ਕਰਦੇ ਹੋ ਨਾ, ਬਣਿਆ ਰਹੂਗਾ। ਬੇਅੰਤ ਦਾ ਐਸਾ ਕੋਈ ਪਾਸਟ ਨਹੀਂ ਕਿ ਤੁਹਾਨੂੰ ਸ਼ਰਮਿੰਦਾ ਹੋਣਾ ਪਵੇ। ਮੇਰੇ ਪਿਆਰੇ ਦੋਸਤੋ, ਮੈਨੂੰ ਯਕੀਨ ਆ ਕਿ ਬਹੁਤ ਸਾਰੇ ਮੇਰੇ ਦੋਸਤਾਂ ਨੂੰ ਮੇਰੀ ਸਾਰੀ ਜ਼ਿੰਦਗੀ ਇੱਕ ਖੁੱਲੀ ਕਿਤਾਬ ਆਂਗਾ, ਸਾਰਿਆਂ ਨੂੰ ਪਤਾ ਹੈ। ਬਾਕੀ ਜਿਹਨੂੰ ਨਹੀਂ ਪਤਾ ਉਹਨਾਂ ਨੂੰ ਵੀ ਘਬਰਾਉਣ ਦੀ ਲੋੜ ਨਹੀਂ। ਇੱਦਾਂ ਨਾ ਸੋਚੋ ਕਿ ਪਤਾ ਨਹੀਂ ਬੇਅੰਤ, ਐਸਾ ਕੁਛ ਨਹੀਂ ਆ। ਹਾਂ, ਜਿਨ੍ਹਾਂ ਲੋਕਾਂ ਦੇ ਇਹ ਨਾਂ ਲੈ ਰਿਹਾ ਉਹ ਮੁੰਡੇ ਖੁਦ ਵੀ ਇਹ ਤੇ ਕਾਰਵਾਈ ਕਰਨ ਲਈ ਇਹਨੂੰ ਲੱਭ ਰਹੇ ਆ। ਤੇ ਇਹ ਹੁਣ ਆਪਦੀ ਜਾਨ ਬਚਾ ਕੇ ਇਹਨੇ ਜਾਣਾ ਕਿੱਥੇ ਆ ਇਹ ਦੇਖ ਲਓ। ਜਾਂ ਤਾਂ ਹੁਣ ਕੈਨੇਡਾ ਸਰਕਾਰ ਨੂੰ ਕਹੂਗਾ ਕਿ ਮੇਰੀ ਜਾਨ ਨੂੰ ਖਤਰਾ ਹੈ, ਤੇ ਇਹਦੇ ਤੇ ਮਤਲਬ ਆਪਦੀ ਕਰੂਗਾ ਵੀ ਮੈਂ ਪੱਕਾ ਤਾਂ ਚੱਲ ਜੋ ਵੀ ਹੈ। ਇੱਕ ਤੀਰ ਨੇ ਇੰਨੇ ਲੋਕਾਂ ਤੋਂ ਔਰਤਾਂ ਨੂੰ ਠੱਗਿਆ, ਪੈਸੇ ਲਏ, ਫਰਾਡ ਦੇ ਕੇਸ ਆ। ਤੇ ਮੈਂ 5 ਮਿੰਟ 'ਚ ਇਸੇ ਹੀ ਜਦੋਂ ਆਪਣਾ ਇਹ ਲਾਈਵ ਮੈਂ ਖਤਮ ਕਰਨ ਵਾਲੀ ਆ, ਤੇ ਇਹਦੇ ਮਤਲਬ ਕਮੈਂਟਸ ਵਿੱਚ ਹੀ ਮੈਂ ਉਹ ਫੋਟੋ ਪਾਉਣੀ ਆ, ਉਹ FIR ਦੀਆਂ ਦਰਖਾਸਤਾਂ ਵੀ ਪਾਉਣੀਆਂ ਜਿਹੜੀਆਂ ਇਹਦੇ ਤੇ ਹੋਈਆਂ। ਤਾਂ ਮੈਂ ਉਹਨਾਂ ਕੁੜੀਆਂ ਮੁੰਡਿਆਂ ਨੂੰ ਵੀ ਸੁਚੇਤ ਕਰਨਾ ਚਾਹੁੰਦੀ ਹਾਂ ਜਿਹਦੇ 2-2 ਮਿੰਟ ਦੀਆਂ ਲਾਈਵ ਬਣਾ ਕੇ ਇਹਦੇ ਪੱਖ 'ਚ ਪਾ ਰਹੇ ਆ ਪੈਸੇ ਲੈ ਕੇ। ਕਿ ਇੱਕ ਬੰਦੇ ਨੇ ਤਾਂ ਮੰਨਿਆ ਹੈ ਨਾ ਭਈ ਮੈਂ 4500-4800 ਰੁਪਈਆ ਸਾਨੂੰ ਇਹਨੇ ਦਿੱਤਾ ਸੀ ਬੋਲਣ ਦਾ। ਤੇ ਇਸ ਕਰਕੇ ਪਿਆਰੇ ਦੋਸਤੋ, ਆਪਾਂ ਇਦਾਂ ਦੇ ਗਲਤ ਅਨਸਰਾਂ ਨੂੰ ਸਪੋਰਟ ਨਾ ਕਰੀਏ। ਜਦੋਂ ਤੁਸੀਂ ਲਾਈਕ ਕਮੈਂਟ ਕਰਦੇ ਹੋ, ਇਹਨਾਂ ਲੋਕਾਂ ਨੂੰ ਸਪੋਰਟ ਆਉਂਦੀ ਆ। ਹਾਂ, ਤੁਸੀਂ ਕਹਿ ਸਕਦੇ ਆ ਜਦੋਂ ਕੋਈ ਗਲਤ ID ਤੇ ਕੋਈ ਗਲਤ ਫੋਟੋ ਕਿਸੇ ਕੁੜੀ ਦੀ ਜਾਂ ਵੀਡੀਓ ਵਾਇਰਲ ਕਰਦਾ ਹੈ, ਉਹਨੂੰ ਇੱਕ ਵਾਰ ਇਹ ਕਹੋ ਬਾਈ ਲਾਈਵ ਹੋ, ਅਸੀਂ ਤੇਰਾ ਚਿਹਰਾ ਦੇਖਣਾ, ਆਪਦੀ ID ਦਿਖਾ, ਤੂੰ ਕੌਣ ਆ। ਮੈਂ ਕਿਸੇ ਬਾਰੇ ਗੱਲ ਕਰ ਸਕਦੀ ਹਾਂ ਕਿਉਂਕਿ ਮੈਂ ਖੁਦ ਤੁਹਾਡੇ ਸਾਹਮਣੇ ਖੜੀ ਹਾਂ। ਜੇ ਮੇਰਾ ਉਹ ਚਿਹਰਾ ਹੀ ਨਹੀਂ, ਮੈਂ ਗਿੱਲ ਹਰਪ੍ਰੀਤ ਹੈ ਹੀ ਨਹੀਂ, ਮੈਂ ਉਹ ਬੰਦਾ ਹੀ ਨਹੀਂ ਜਿਹੜਾ ਮੈਂ ਮਤਲਬ ਬੋਲ ਰਿਹਾ ਹੈਗਾ, ਤੇ ਅਸੀਂ ਕਿਸੇ ਤੇ ਕਿਵੇਂ ਦੂਸ਼ਣ ਲਾ ਸਕਦੇ ਹਾਂ। ਹਾਂ, ਮੈਨੂੰ ਸਭ ਦਾ ਚੈਲੰਜ ਸਵੀਕਾਰ ਆ ਜੇ ਮਤਲਬ ਆਪਦੀ ਅਸਲੀ ID ਲੈ ਕੇ ਆਵੇ। ਤੇ ਜੇ ਪਿਓ ਦਾ ਤਾਂ 5 ਮਿੰਟ ਵਿੱਚ ਲਾਈਵ ਹੋ ਤੇ ਆਪਦੀ ID ਦਿਖਾ, ਪਾਸਪੋਰਟ ਦਿਖਾ, ਆਪਦਾ ਚਿਹਰਾ ਦਿਖਾ, ਤੂੰ ਕੌਣ ਆ, ਤੇਰਾ ਚਿਹਰਾ ਕਿਹੜਾ ਹੈ। ਉਹ ਚਿਹਰਾ ਜਿਹਦੇ ਤੇ ਟੋਰਾਂਟੋ ਵਿੱਚ ਵੀ ਕੇਸ ਹੋਏ ਆ ਫਰਾਡ ਦੇ ਔਰ ਪੰਜਾਬ 'ਚ ਵੀ ਹੋਏ ਵੇ ਆ। ਤੇ ਹੁਣ ਮੈਂ ਚੁੱਪ ਤਾਂ ਸੀ ਵੀ ਮੈਨੂੰ ਭਾਵੇਂ ਕੋਈ ਕਿੰਨਾ ਹੀ ਮਤਲਬ ਬੁਰਾ ਹੋਵੇ, ਮੈਂ ਨਹੀਂ ਚਾਹੁੰਦੀ ਹੁੰਦੀ ਕਿ ਉਹਦੇ ਬਾਰੇ ਅਸੀਂ ਦੁਨੀਆ ਨੂੰ
'ਚ ਉਹਦੀ ਬੇਇੱਜ਼ਤੀ ਕਰੀਏ, ਕਿਉਂਕਿ ਗਲਤੀ ਕਿਸ ਤੋਂ ਵੀ ਹੁੰਦੀ ਆ। ਪਰ ਤੇਰੀ ਉਹ ਗਲਤੀ ਜਿਹੜੀ ਤੂੰ ਪਹਿਲਾਂ ਫਰਾਡ ਕੀਤੇ, तेरी वो गलती माफ़ की जा सकती सी। गिल हरप्रीत, तेरी वो गलती माफ़ की जा सकती सी जी तू लोगों ने फ्रॉड किए और लोगों ने तुहाडे ते FIR करवाइयां। खोसा पांडो च सुधारदा तू हैगा। हुण गल ये है भई जिहड़ी तू गलती हुण कर रहा कुड़ियां नूं तू फिर भी नहीं समझिया। मेरियां 5-4 फोटो पातियां, ओए मैनूं कोई फर्क नहीं पैंदा। बेअंत शेरनी सी, शेरनी रहूगी तो शेरनी ही सी। एवं कुत्तियां दे भौंकण नाल। ते बाकी ये गल सोच लई भी जे तू कवे मैं तेरे पैरां हेठां आ जूंगी, तेरियां गल्लां च आ जूंगी, तू मैनूं ब्लैकमेल कर लेंगा, भुल जा। शेर घाह नहीं खांदा, मरनों मर जूगा। ते दूसरी गल, तू तां कुत्ते तो भी भैड़ा निकलिया। कहंदे भी कुत्ता कुत्ते दा मांस नहीं खांदा, ते तू तां बंदे नूं वड्डण लग पिया, आपदी जात नूं वड्डण लग पिया। ते बाकी मैं सारिआं नूं बेनती करदी हां, सारे भैन भरावां नूं, हो सकदा तुसीं मेरे नाल उल्ट होवो, ਤੁਹਾਡੇ ਮੇਰੇ ਨਾਲ ਵਿਚਾਰ ਨਾ ਰਲਦੇ ਹੋਣ, ਪਰ ਜੋ ਤੁਸੀਂ ਗਿੱਲ ਹਰਪ੍ਰੀਤ ਦੀ ID ਤੇ ਜਾ ਕੇ ਦੇਖੋਗੇ ਬਹੁਤ ਸਾਰੀਆਂ ਕੁੜੀਆਂ ਦੀਆਂ ਫੋਟੋ ਇਹਨੇ ਪਾਈਆਂ ਤੇ ਫਿਰ ਡਿਲੀਟ ਵੀ ਕਰ ਦਿੰਦਾ, 2 ਦਿਨ ਬਾਅਦ ਫਿਰ ਡਿਲੀਟ ਕਰ ਦਿੰਦਾ है ना। ਸਾਰੇ ਜਿਹੜੇ ਵੀ ਲੋਕ ਇਹਦੇ ਨੇੜੇ ਤੇ ਜਿਹੜੇ ਜਾਣ ਪਛਾਣ ਵਾਲੇ ਇਹਨੂੰ ਬਸ ਇੱਕੋ ਹੀ ਸਵਾਲ ਕਰੋ, ਬਾਈ ਲਾਈਵ ਹੋ, ਅਸੀਂ ਤੈਨੂੰ ਦੇਖਣਾ ਬਸ। ਤੇ ਜਦੋਂ ਇਹਦਾ ਚਿਹਰਾ ਸਾਹਮਣੇ ਆਊਗਾ, ਇਹਦਾ ਚਿਹਰਾ ਬਹੁਤ ਖਾਸ ਕਰਕੇ ਔਰਤਾਂ ਨਾਲ ਇਹਨੇ ਫਰਾਡ ਕੀਤੇ ਹੋਏ ਆ। ਤੇ ਗਿੱਲ ਹਰਪ੍ਰੀਤ लास्ट मेरी ये हैगी 2 मिनट की मैं कट्टन लगी हैगी ये मेरी लास्ट वीडियो आ। मेरा तेनू चैलेंज आ, जिथे मर्जी आ जा पुत्त, ID लैके आपदी असली। बेअंता डरन वाली नहीं, पंजाब नाल खड़ी सी, पंजाब नाल खड़ी आ। मैनू पता है मेरे दुश्मन बहुत हो सकते हैं, जिन्हां रुखां नूं बचाया मैं, है ना, जिन्हां ने उन रुखां दे ठेके लए सी, वो किते मैनू खंड नहीं पाउणगे, वो मेरे उल्ट होणगे। हुण भी लुधियाने जिले च रुख वड्डे जा रहे हैं, 150 रुख, है ना। ਉਹਦੇ ਲਈ ਵੀ ਅਸੀਂ ਪੰਜਾਬ ਬਚਾਓ ਮੰਚ ਤੇ ਹੋਰ ਭੈਣ ਭਰਾ ਵੀ ਅਸੀਂ ਹਿੰਮਤ ਕਰ ਰਹੇ ਹਾਂ ਕਿ ਉਹਨਾਂ ਨੂੰ ਬਚਾਇਆ ਜਾਵੇ। ਉਹ ਸਰਪੰਚ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ, ਮੈਂ ਇਸ ਲਾਈਵ ਜਰੀਏ ਵੀ ਸਰਪੰਚ ਸਾਹਿਬ ਜਿਹੜੇ ਲੁਧਿਆਣੇ ਦੇ ਹੈਗੇ ਉਹਨਾਂ ਨੂੰ ਬੇਨਤੀ ਕਰਦੀ ਹਾਂ ਵੀ ਇਹ ਦਰਖਤਾਂ ਨੂੰ ਜਿਹੜਾ ਹੈਗਾ ਨਾ ਕੱਟਿਆ ਜਾਵੇ। ਤੇ ਅਸੀਂ ਉੱਥੇ ਵੀ ਸਾਡੀ ਅੱਜ ਟੀਮ ਜਾਂ ਕੱਲ ਨੂੰ ਜਾਊਗੀ ਤੇ ਸਾਰਿਆਂ ਨੂੰ ਬੇਨਤੀ ਕਰਦੀ ਕਿ ਜਿਹੜੇ ਲੁਧਿਆਣੇ 'ਚ ਰੁੱਖ ਕੱਟੇ ਜਾ ਰਹੇ ਉਹਦੀ ਮੈਂ ਕਮੈਂਟ ਵਿੱਚ ਪੋਸਟ ਪਾਉਣੀ ਆ, ਉਹ ਵੀ ਤੁਸੀਂ ਉੱਥੇ ਜਾ ਕੇ ਰੁੱਖਾਂ ਨੂੰ ਬਚਾਓ। ਤੇ ਬਾਕੀ ਜਿੰਨਾ ਮੁੱਦਿਆਂ ਤੇ ਮੈਂ ਬੋਲੀ, है ना, तो वो लोग मैनू पता मेरे मतलब उन्होंने दुश्मनी तो कढ़नी है किस तरीके नाल। ते सो फिर भी मैं तुहानू ये गल जिहड़ी है गिल हरप्रीत फिर कह दियां, हुण तू इदां ना सोची, मैं भी औरत हाँ, औरत एक देवी भी और चंडी भी आ। ते तू जिथे मैनू जिहड़े रियल ID वाले मेरे लिए कुछ बोलन, मैनू कोई फर्क नहीं पैंदा, क्योंकि रियल ID वाले जो बोलणगे उन्होंने घर भी धीआं भैणां पता लगू, है ना, क्योंकि सारियां दे बहुत राज होणगे। इदां नहीं हुंदा, कोई दुध धोता इत्थे कोई नहीं आ। हुण रही गल तेरी कि तू है ही जाली ID तो, जे तू सच्ची ID ते आएगा तो फिर जो तेरे वो भी निकलनियां, बहुत चीज़ां निकलनियां। कल मैनू किसी ने कहा सी कि इन्हां दी 2 बेटियां भी है, भैन जी उहदे बारे बोलो। मैं कहा नहीं, बेटियां का कोई कसूर नहीं, औरत ने छड्ड दित्ती हुई उहदा कोई कसूर नहीं, बेटियां का कोई कसूर नहीं, है ना। धीआं सब दियां सांझियां हुंदियां, मैं समझदी हूँ कि मेरियां धीआं, मैं किसी दी धी बारे नहीं बोल सकती। पर आओ सारे रल के आपां इस बंदे नूं सबक सिखाईए। जिहड़े भैन भरा भी इहदे नाल जुड़े होए आ, फ्रेंड हैगे आ, जां मतलब कुछ ना कुछ इहदे ते कमेंट करदे आ ते जां लाइक करदे इदां दीआं पोस्टां नूं, कुड़ियां बारे भी कोई गल निकलदी है तां फटाफट लाइक करदे, हाँ हाँ बाई जी लियाओ कड्डो सप। सब तो पहलां तुसीं बस इक्को ही सवाल करो, बाई आपदा चेहरा दिखा दो, असीं तेरी पोस्ट नूं भी लाइक करांगे। हुण जिहड़े लोक इहदे बारे बोले आ, प्यारे दोस्तों ये गल ध्यान नाल सुनो, जिहड़े लोक इह गिल हरप्रीत दे ID ते तुसीं जाओ, ਜਿਹੜੇ ਲੋਕ ਇਹਦੇ ਬਾਰੇ 2-2 ਮਿੰਟ ਦੀ ਕਲਿੱਪਸ ਪਾਉਂਦੇ ਪਏ ਆ ਨਾ, ਤੁਸੀਂ ਉਹਨਾਂ ਨੂੰ ਪੁੱਛੋ ਬਾਈ ਤੁਸੀਂ ਇਹਨੂੰ ਕਦੇ ਮਿਲੇ ਆ? ਉਹ ਕੋਈ ਨਹੀਂ ਮਿਲਿਆ। ਤੁਸੀਂ ਉਹਨੂੰ ਪੁੱਛੋ ਕਦੇ ਤੁਸੀਂ ਇਹਨੂੰ ਵੇਖਿਆ? ਉਹ ਕਿਸੇ ਨੇ ਨਹੀਂ ਵੇਖਿਆ। ਤੁਸੀਂ ਪੁੱਛੋ ਇਹ ਬਾਈ ਇਹਦਾ ਸਹੀ ਨਾਂ ਕੀ ਆ? ਕਿਸੇ ਨੂੰ ਨਹੀਂ ਪਤਾ। ਹੁਣ ਤੁਸੀਂ ਇਹ ਦੇਖੋ ਭਈ ਇਹ ਬੰਦੇ ਨੂੰ ਆਪਾਂ ਕਿੱਦਾਂ ਜਿੱਦਾਂ ਇਹ ਇਦਾਂ ਗਲਤ ਹਰਕਤਾਂ ਕਰਦਾ ਤੇ ਜਾਲੀ ID ਆ, ਸਾਰੇ ਜਾਣੇ ਇਹਦਾ ਬਾਈਕਾਟ ਕਰੋ। ਔਰ ਗਿੱਲ ਹਰਪ੍ਰੀਤ आ जा, मैं वेली अज संडे आ, मैं कोई काम नहीं, भावें मैनू काम बहुत सी किते जाना सीगा। अज असी खास करके सोशल वर्क ही सीगा साडा, असी टीम जा रही सी साडी ते, पर मैं अज ये जिहड़ा हैगा कैंसल करता, मैं अपनी टीम नूं भेज दिता हैगा ते तू आ जिथे मर्जी आ जा, आपदी ID दिखा दे पहला, फिर तू मेरे बारे बोलण दा हक भी रखदा और तैनूं चैलेंज करदी आ जे प्यो दा तां सामने आ जा। सो प्यारे दोस्तों तुहाडे साथ दी भी लोड़ रहूगी। इहो जे बंदियां नूं सवाल करिया करो जिहड़े जाली आईडियां हैगियां ते सॉरी गिल हरप्रीत नहीं, सिंह हरप्रीत, हाँ सॉरी, थैंक यू मैनूं दस्सण लई वीर। सिंह हरप्रीत दी आईडी है सिंह हरप्रीत ते मैं चैलेंज करदी हाँ जिथे मर्जी आ जा, ID पहला पर दिखा दे लाइव होके। मैं लाइव हुई है ना
ਪਈ ਚੈਲੰਜ ਕਰਦੀ ਤੈਨੂੰ, ਤੂੰ ਵੀ ਲਾਈਵ ਹੋ ਕੇ ਆਪਣੀ ਆਈਡੀ ਦਿਖਾ ਦੇ ਵੀ ਆ ਹੈ ਮੈਨੂੰ ਆਈਡੀ ਦਿਖਾਉਣ ਦੀ ਤਾਂ ਜ਼ਰੂਰਤ ਨਹੀਂ ਕਿਉਂਕਿ ਮੈਂ ਬੇਅੰਤ ਕੌਰ ਸੀ, ਬੇਅੰਤ ਕੌਰ ਹਾਂ ਤੇ ਬੇਅੰਤ ਕੌਰ ਹੀ ਰਹਾਂਗੀ। ਮੈਨੂੰ ਜਾਲੀ ਆਈਡੀ ਬਣਾਉਣ ਦੀ ਕੋਈ ਲੋੜ ਨਹੀਂ। ਜੇ ਮੇਰੇ ਅਖਬਾਰਾਂ 'ਚ ਲੇਖ ਛਪਦੇ ਉੱਤੇ ਵੀ ਬੇਅੰਤ ਕੌਰ ਗਿੱਲ ਹੀ ਛਪਦਾ ਹੈ। ਜੇ ਮੈਂ ਕੋਈ ਜੌਬ ਕਰਦੀ ਹਾਂ ਮੇਰਾ ਉੱਥੇ ਵੀ ਬੇਅੰਤ ਕੌਰ ਗਿੱਲ ਹੀ ਹੈ। ਜਿੱਥੇ ਵੀ ਕਿਤੇ ਆ ਜਾ, ਮੈਂ ਤੇਰਾ ਮੁਕਾਬਲਾ ਕਰਨ ਨੂੰ ਤਿਆਰ ਹਾਂ, ਡਰਦੀ ਨਹੀਂ ਤੇਥੋਂ। ਤੂੰ ਬਲੈਕਮੇਲ ਨਹੀਂ ਕਰ ਸਕਦਾ। ਤੂੰ ਸੋਚਿਆ ਮੈਨੂੰ 5-10 ਹਜ਼ਾਰ ਰੁਪਈਆ ਮੇਰੇ ਅਕਾਊਂਟ 'ਚ ਭੇਜ ਦਊਗੀ ਜਾਂ ਮੈਨੂੰ ਜਿੱਦਾਂ ਇੱਦਾਂ ਤੇ ਮੈਂ ਇਹਨੂੰ ਮਤਲਬ ਪੈਸੇ ਠੱਗਣ ਦਾ ਤੂੰ ਤਰੀਕਾ ਬਣਾਇਆ, ਤੇ ਮੈਂ ਕਿਸ ਤੋਂ ਨਹੀਂ ਡਰਦੀ। ਜੇ ਮੇਰੀਆਂ 2-4 ਵੀਡੀਓ ਤੂੰ ਪਾ ਵੀ ਦੇਵੇਂਗਾ ਨਾ, ਉਹਦਾ ਵੀ ਮੈਨੂੰ ਕੋਈ ਫਰਕ ਨਹੀਂ। ਜਦ ਜਿੱਦਾਂ ਕਹਿੰਦੇ ਨੱਚ ਖੜੋਈ ਤੇ ਘੁੰਗਟ ਕਿਹਾ, ਮੈਂ ਆਪਣੇ ਸਮਾਜ ਲਈ ਕੰਮ ਕਰ ਰਹੀ ਹਾਂ। ਬਹੁਤ ਮਤਲਬ ਆਉਣਗੀਆਂ ਮੈਨੂੰ ਪ੍ਰੋਬਲਮ, ਮੈਨੂੰ ਇਹ ਪਤਾ ਇੱਦਾਂ ਨਹੀਂ ਆ ਕਿ ਮੈਨੂੰ ਪ੍ਰੋਬਲਮ ਨਹੀਂ ਆਉਣਗੀਆਂ, ਬਹੁਤ ਪ੍ਰੋਬਲਮ ਆਉਣਗੀਆਂ। ਲੋਕ ਪੈਰਾਂ 'ਚ ਕੰਡੇ ਵੀ ਬੀਜਣਗੇ, ਮੇਰੇ ਪੈਰਾਂ ਹੇਠਾਂ ਅੰਗਿਆਰ ਵੀ ਰੱਖਣਗੇ, ਬਹੁਤ ਪ੍ਰੋਬਲਮ ਆਉਣਗੀਆਂ, ਕੋਈ ਸ਼ੱਕ ਨਹੀਂ। ਪਰ ਕੱਲ ਭਾਈ ਰਵੀ ਸਿੰਘ ਜੀ ਨੇ ਇੱਕ ਪੋਸਟ ਪਾਈ ਸੀ, ਸਿੱਧੂ ਮੂਸੇਵਾਲੇ ਦਾ ਗੀਤ ਪਾਇਆ ਸੀ। ਇਹ ਹਰ ਇੱਕ ਦੀ ਇੱਕ ਮਤਲਬ ਫਰੀਡਮ ਆ ਵੀ ਉਹ ਕੁਛ ਵੀ ਪਾ ਸਕਦਾ ਹੈ, ਕੁਛ ਵੀ ਨਾ। ਲੋਕਾਂ ਨੇ ਉਹਨਾਂ ਨੂੰ ਵੀ ਕਾਫੀ ਗਲਤ ਬੋਲਿਆ। ਦੇਖੋ ਉਹ ਤਾਂ ਭਾਈ ਰਵੀ ਸਿੰਘ ਜੀ ਨੇ ਇੰਨਾ ਪੰਜਾਬ ਲਈ ਕੀਤਾ। ਖੈਰ ਮੈਂ ਫਿਰ ਵੀ ਇਹਨਾਂ ਮੁੱਦਿਆਂ ਵੱਲ ਨਹੀਂ ਜਾਣਾ ਚਾਹੁੰਦੀ, ਤੇ ਪਰ ਫਿਰ ਵੀ ਸਿੰਘ ਹਰਪ੍ਰੀਤ ਮੈਂ ਪਹਿਲਾਂ ਵਾਲੀ ਗਲਤੀ ਸੁਧਾਰਨਾ ਚਾਹੁੰਦੀ ਹਾਂ ਕਿ ਮੈਂ ਗਿੱਲ ਹਰਪ੍ਰੀਤ ਕਹਿੰਦਾ, ਸਿੰਘ ਹਰਪ੍ਰੀਤ ਜਿੱਥੇ ਮਰਜ਼ੀ ਆ ਜਾ, ਆਪਣੀ ਆਈਡੀ ਦਿਖਾ ਦੇ ਬਸ। ਇਹ ਤੈਨੂੰ ਇੱਕ ਕੁੜੀ ਦਾ ਚੈਲੰਜ ਆ, ਉਸ ਕੁੜੀ ਦਾ ਜਿਹੜੀ ਨਿਮਾਣੀ ਜਿਹੀ ਆ, ਨਤਾਣੀ ਜਿਹੀ ਆ, ਪਰ ਗੁਰੂ ਗੋਬਿੰਦ ਪਾਤਸ਼ਾਹ ਦਾ ਮੇਰੇ ਸਿਰ ਤੇ ਹੱਥ ਹੈ। ਸਦਾ ਅੰਗ ਸੰਗੇ ਅਭੰਗਨ ਵਿਭੂਤੇ ਦੁਕਾਲਨ ਪ੍ਰਨਾਸੀ ਦਿਆਲਣ ਸਰੂਪੇ। ਦੁਬਾਰਾ ਤੋਂ ਫਿਰ ਕਹਿ ਦਿਆਂ, ਸਿੰਘ ਹਰਪ੍ਰੀਤ ਉਸ ਅਕਾਲ ਪੁਰਖ ਦਾ ਹੱਥ ਹੈ ਮੇਰੇ ਸਿਰ ਤੇ। ਸਦਾ ਅੰਗ ਸੰਗੇ ਅਭੰਗਨ ਵਿਭੂਤੇ ਦੁਕਾਲਨ ਪ੍ਰਨਾਸੀ ਦਿਆਲਣ ਸਰੂਪੇ। ਉਹ ਸਦਾ ਮੇਰੇ ਨਾਲ ਹੈ, ਉਹਨੇ ਮੈਨੂੰ ਤਾਕਤ ਦਿੱਤੀ ਹੈ, ਵਰਨਾ ਕੋਈ ਔਰਤ ਇੰਨਾ ਵਰਕ ਨਹੀਂ ਕਰ ਸਕਦੀ। ਜਿਨ੍ਹਾਂ ਦੇ ਸਿਰ ਤੇ ਹੱਥ ਹੁੰਦਾ ਉਹੀ ਕਰ ਸਕਦੀਆਂ। ਮੈਂ ਆਪਣੇ ਸਮਾਜ ਲਈ ਕਰਦੀ ਹਾਂ। ਮੈਨੂੰ ਪਤਾ ਮੇਰੇ ਪੈਰਾਂ 'ਚ ਕੰਡੇ ਬੀਜੇ ਜਾਣਗੇ, ਮੈਨੂੰ ਪਤਾ ਮੇਰੇ ਪੈਰਾਂ 'ਚ ਅੰਗਿਆਰ ਰੱਖੇ ਜਾਣਗੇ, ਮੇਰੇ ਕੋਲੋਂ ਅਗਨੀ ਪ੍ਰੀਖਿਆ ਲਈ ਜਾਊਗੀ। ਮੈਨੂੰ ਪਤਾ ਮੇਰੇ ਸਿਰ ਤੇ ਜਿੱਦਾਂ ਸੂਲੀ ਦਾ ਉਹ ਲਟਕ ਰਿਹਾ ਹੈਗਾ ਵੀ ਤੈਨੂੰ ਸੂਲੀ ਚੜਾ ਦੇਣਾ, ਕਿਉਂਕਿ ਤੂੰ ਸਮਾਜ ਲਈ ਕਰਦੀ ਹੈ, ਤੂੰ ਪੰਜਾਬ ਬਚਾਉਣਾ ਚਾਹੁੰਦੀ ਹੈ। ਪੰਜਾਬ ਤਾਂ ਬਚਣਾ ਨਹੀਂ ਚਾਹੀਦਾ। ਉਹ ਹਰਾਮੀਓ, ਜੇ ਤੇਰੇ 'ਚ ਇੰਨੀ ਤਾਕਤ ਆ, ਤੇਰੇ ਕੋਲ ਇੰਨਾ ਪੈਸਾ ਹੈ, ਤਾਂ ਆ ਨਾ ਕਿਸਾਨਾਂ ਦੇ ਵਿੱਚ ਬੈਠ, ਕਿਸਾਨਾਂ ਦੀਆਂ ਸਟੇਜਾਂ ਤੋਂ ਲਲਕਰੇ ਮਾਰਨਾ। ਇਹ ਕਹਿੰਦਾ ਮੈਂ ਜੀ ਕਾਲੇ ਨਾਗ ਕੋਬਰੇ ਛੱਡੇ ਹੋਏ ਆ, ਮੈਂ ਸਾਰਿਆਂ ਦੀ CID ਲੈਣ ਨੂੰ। ਉਹ ਕੁੱਤਿਆ ਬੰਦਿਆ ਕਹਿਣਾ ਨਹੀਂ ਚਾਹੁੰਦੀ ਸੀ, ਮੈਨੂੰ ਇੱਦਾਂ ਦੇ ਸ਼ਬਦ ਮੈਂ ਕਦੇ ਬੋਲਦੀ ਨਹੀਂ ਹੁੰਦੀ, ਪਰ ਜਦੋਂ ਮੈਨੂੰ ਗੁੱਸਾ ਆਵੇ ਹੈ ਨਾ, ਤਾਂ ਜਿਹੜੇ ਤੂੰ ਕੋਬਰੇ ਛੱਡੇ ਆ, ਛੱਡ ਨਾ ਮੋਦੀ ਵੱਲ ਹੈ ਨਾ, ਛੱਡ ਨਾ ਤੋਮਰ ਵੱਲ, ਲਿਆ ਕੱਢ ਕੇ ਉਹਨਾਂ ਦੇ ਭੇਤ। ਓਏ ਆਪਦਿਆਂ ਨੂੰ ਖਾਈ ਜਾਂਦਾ, ਕੁੱਤਾ ਵੀ ਕੁੱਤੇ ਦਾ ਮਾਸ ਨਹੀਂ ਖਾਂਦਾ, ਤੂੰ ਤਾਂ ਕੁੱਤੇ ਤੋਂ ਵੀ ਗਿਰ ਗਿਆ। ਆ ਜਾ ਮੈਨੂੰ ਲੱਗਦਾ ਤੂੰ ਆ ਕਮੈਂਟ ਕਰ ਵਿੱਚ ਵੀ ਮੈਂ ਸੱਚਾ ਹਾਂ, ਆ ਲਾਈਵ ਹੋ ਮੇਰੇ ਨਾਲ, ਹੁਣੇ ਜੁੜ, ਆਪਦੀ ਆਈਡੀ ਲੈ ਕੇ ਆ। ਮੈਂ ਨਹੀਂ ਡਰਦੀ ਕਿਸ ਤੋਂ। ਮੈਂ ਸੋਸ਼ਲ ਵਰਕ ਜਿੱਦੇ ਕਰਨ ਲੱਗੀ ਸੀ, ਮੈਨੂੰ ਮੇਰੇ ਸਹੁਰਾ ਸਾਹਿਬ ਨੇ ਕਿਹਾ ਸੀ ਬੇਅੰਤ ਬੜੀਆਂ ਪ੍ਰੋਬਲਮ ਆਉਣਗੀਆਂ, ਡਰੀ ਨਾ। ਉਹਨਾਂ ਨੇ ਕਿਹਾ ਸੀ ਮੈਂ ਸੱਚ ਤੇ ਖੜਾ। ਅੱਜ ਤੱਕ ਕਿਸ ਤੋਂ ਇੰਨੀ ਵੱਡੀ ਪੋਸਟ ਤੇ ਸੀਗੇ ਮੇਰੇ ਸਹੁਰਾ ਸਾਹਿਬ, ਉਹਨਾਂ ਨੇ ਇੱਕ ਪੈਸਾ ਕਿਸ ਤੋਂ ਨਹੀਂ ਲਿਆ ਸੀ ਔਰ ਨਾ ਹੀ ਕਿਸੇ ਦੇ ਹੇਠਾਂ ਦੱਬੇ ਸੀ। ਉਸ ਵੇਲੇ 'ਚ ਉਹਨਾਂ ਦਾ ਇੱਕ ਜਿੱਦਾਂ ਅੱਜ ਤੋਂ 60-70 ਸਾਲ ਪਹਿਲਾਂ ਉਹਨਾਂ ਨੂੰ ਜਹਾਜ਼ ਦਾ ਹੁੰਦਾ ਸੀਗਾ ਵੀ ਤੁਸੀਂ ਜਹਾਜ਼ 'ਤੇ ਜਿੱਥੇ ਵੀ ਜਾਣਾ ਹੁੰਦਾ ਸੀ ਜਾਂਦੇ ਸੀ। ਐਡੀ ਵੱਡੀ ਪੋਸਟ ਸੀ। ਹੁਣ ਮੈਂ ਬਾਹਰ ਐਕਸਪਲੇਨ ਤਾਂ ਨਹੀਂ ਕਰਨਾ ਚਾਹੁੰਦੀ ਕਿ ਮੈਂ ਹਾਂਜੀ। ਤੇ ਉਹਨਾਂ ਨੇ ਵੀ ਇੱਕ ਪੈਸਾ ਨਹੀਂ ਖਾਧਾ। ਉਹਨਾਂ ਦੇ ਅਸੂਲ ਸੀ। ਜਿਸ ਦਿਨ ਮੈਂ ਇਸ ਲਾਈਨ 'ਚ ਆਈ ਸੀ, ਮੇਰੇ ਸਹੁਰਾ ਸਾਹਿਬ ਨੇ ਮੈਨੂੰ ਆਸ਼ੀਰਵਾਦ ਦਿੱਤਾ ਸੀ, ਬੇਅੰਤ ਡਰੀ ਨਾ, ਬੜਾ ਕੁਛ ਹੋਊਗਾ, ਪਰ ਦੁਨੀਆ ਤੈਨੂੰ ਤੋੜ ਦੇਵੇ ਇਹ ਮੈਥੋਂ ਬਰਦਾਸ਼ਤ ਨਹੀਂ ਹੋਣਾ, ਉਹਨਾਂ ਨੇ ਕਿਹਾ ਸੀ। ਅੱਜ ਉਹ ਦੁਨੀਆ 'ਚ ਨਹੀਂ ਤਾਂ ਪਰ ਮੈਂ ਉਹਨਾਂ ਦੇ ਕਦਮਾਂ 'ਤੇ ਚੱਲਦੀ ਹਾਂ। ਤੇ ਮੈਂ ਸਾਬਤ ਕਰਕੇ ਰਹੂੰਗੀ ਕਿ ਮੈਂ ਇੱਦਾਂ ਦੇ ਪਰਿਵਾਰ ਦੀ ਨੂੰਹ ਆ ਜਿਹੜੇ ਸੱਚ 'ਤੇ ਚੱਲੇ। ਤੇ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਮੈਂ ਜਦੋਂ ਮੈਂ ਵਿਆਹੀ ਆਈ ਤਾਂ ਮੈਂ ਉਸ ਤੋਂ ਬਾਅਦ ਹੀ ਇਹ ਸਾਰਾ ਵਰਕ ਕਰਨਾ ਸ਼ੁਰੂ ਕੀਤਾ। ਇਸ ਪਰਿਵਾਰ ਦਾ ਹੀ ਮੈਨੂੰ ਆਸਰਾ ਹੈਗਾ, ਥਾਪੜਾ ਹੈਗਾ। ਤੇ ਗੁਰੂ ਗੋਬਿੰਦ ਪਾਤਸ਼ਾਹ ਵੀ ਮੇਰੇ ਨਾਲ ਆ, ਤੇ ਮੇਰੇ ਸੱਚੇ ਸੁੱਚੇ ਸਹੁਰਾ ਸਾਹਿਬ ਦੇ ਜਿਹੜਾ ਮੇਰੇ ਨਾਲ, ਉਹਨਾਂ ਦੇ ਜਿਹੜੇ ਉਹਨਾਂ ਦਾ ਥਾਪੜਾ ਵੀ ਮੇਰੇ ਨਾਲ ਆ। ਮੈਂ ਕਿਸ ਤੋਂ ਡਰਦੀ ਨਹੀਂ। ਉਹਨਾਂ ਨੇ ਮੈਨੂੰ ਇਹ ਗੱਲ ਕਹੀਆਂ ਸੀ ਪਹਿਲੇ ਦਿਨ, ਬੇਅੰਤ ਕੰਡੇ ਵੀ ਬੜੇ ਆਉਣਗੇ, ਸਿਰ ਤੇ ਲੋਕ ਸੂਲੀ ਦਾ ਤਾਜ ਦੇਣਗੇ ਤੇਰੇ, ਡਰੀ ਨਾ, ਤੇ ਜਾਂ ਫਿਰ ਇਸ ਕੰਮ 'ਚ ਜਾ ਨਾ। ਪਰ ਮੈਂ ਇਹੀ ਰਾਹ ਚੁਣਿਆ ਸੀ ਕਿ ਮੈਂ ਜਾਊਂਗੀ, ਇਹ ਮੈਂ ਆਪਣੇ ਸਮਾਜ ਲਈ ਲੜੂੰਗੀ, ਮੈਂ ਆਪਣੇ ਸਮਾਜ ਲਈ ਉਹ ਸਭ ਕਰੂੰਗੀ ਜਿਹੜਾ ਉਹਨੂੰ ਬਦਲ ਦੇਵੇ। ਮੈਂ ਮੈਨੂੰ ਇਸ ਗੱਲ ਦਾ ਦੁੱਖ ਹੈ, ਮੈਂ ਉਦਾਸ ਬਿਲਕੁਲ ਨਹੀਂ ਹਾਂ, ਮੈਂ ਸ਼ੀਨੀ ਔਰਤ ਹਾਂ।
ਮੈਨੂੰ ਇਸ ਗੱਲ ਦਾ ਦੁੱਖ ਹੈ ਵੀ ਜਿਹੜਾ ਮੈਂ ਨਸ਼ਾ ਛਡਾਉਣ ਲਈ ਇੱਕ ਕੈਂਪ ਜਿਹੜਾ ਆਯੋਜਿਤ ਅਸੀਂ ਕਰਨ ਜਾ ਰਹੇ ਸੀ, ਕਤੀੜ ਲੋਕਾਂ ਦੇ ਕੁਛ ਕੁ ਲੋਕ ਕੁੱਤਿਆਂ ਦੇ ਭੌਂਕਣ ਕਰਕੇ ਸਾਡਾ ਉਹ ਸਟਾਪ ਹੋ ਗਿਆ। ਸਟਾਪ ਮਤਲਬ ਇੱਦਾਂ ਨਹੀਂ ਮੈਂ ਕਹਿ ਸਕਦੀ ਸਟਾਪ ਹੋ ਗਿਆ, ਥੋੜਾ ਲੇਟ ਹੋ ਗਿਆ ਹੈ ਨਾ। ਦੇਖੋ ਅੱਜ ਹੋ ਸਕਦਾ ਉਹਨਾਂ ਚੋਂ ਕੁਛ ਮੁੰਡੇ ਪੂਰੇ ਵੀ ਹੋ ਗਏ ਹੋਣ, ਮੈਨੂੰ ਉਸ ਚੀਜ਼ ਦਾ ਦੁੱਖ ਹੈ। ਮੈਂ ਉਹਨਾਂ ਪਰਿਵਾਰਾਂ ਤੋਂ ਮਾਫੀ ਮੰਗਦੀ ਹਾਂ ਕਿ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਕਿ ਆਪਾਂ ਕੱਲ੍ਹ ਤੋਂ ਹੀ ਕਲਾਸਾਂ ਸ਼ੁਰੂ ਕਰ ਰਹੇ ਹਾਂ, ਕਾਉਂਸਲਿੰਗ ਹੋਊਗੀ, ਸਭ ਆਪਾਂ ਠੀਕ ਕਰ ਦਾਂਗੇ। ਉਹ ਬੱਚਿਆਂ ਨਾਲ ਮੈਂ ਰਾਬਤਾ ਨਹੀਂ ਕਰ ਸਕੀ। ਫਿਰ ਉਹਨਾਂ ਧੀਆਂ ਨੂੰ ਜਿਨ੍ਹਾਂ ਨੂੰ ਵਿਆਹ ਕਰਾ ਕੇ ਮੁੰਡੇ ਛੱਡ ਗਏ, ਹੁਣ ਤੁਸੀਂ ਇਹ ਨਾ ਕਿਹਾ ਜੀ ਫਿਰ ਧੀਆਂ ਦਾ ਲੈ ਕੇ ਬਹਿ ਗਈ, ਧੀਆਂ ਦਾ ਨਹੀਂ। ਆਓ ਮੇਰੇ ਮੋਗੇ 'ਚ ਮੈਂ ਸੋਚਦੀ ਹਾਂ ਕਿ ਮੈਂ ਇੱਕ ਇੱਦਾਂ ਦਾ ਇੱਕ ਪ੍ਰੋਗਰਾਮ ਵੀ ਸ਼ੁਰੂ ਕਰਾਂ ਜਿੱਥੇ ਉਹ ਹਰ ਇੱਕ ਦੁਖੀ ਬੰਦੇ ਨਾਲ ਤੁਹਾਨੂੰ ਮਿਲਾਇਆ ਜਾਵੇ। ਇਹ ਇੱਕ ਇੱਦਾਂ ਦੀ ਕੁੜੀ ਹੈ ਵਿਚਾਰੀ ਕਿ ਜਾਲੀ ਸਾਈਨ ਕਰਾ ਕੇ ਮੁੰਡਾ ਬਾਹਰ ਚਲਾ ਗਿਆ, ਮੁੜ ਕੇ ਮੁੜਿਆ ਹੀ ਨਹੀਂ, ਉਹਦੀ ਗੋਦੀ 'ਚ ਬੱਚਾ ਹੈ, ਉਹਦਾ ਕੌਣ ਆ? ਮੈਂ ਉਹਨਾਂ ਨੂੰ ਘਰ ਦੇਣਾ ਚਾਹੁੰਦੀ ਹਾਂ, ਮੈਂ ਉਹਨਾਂ ਨੂੰ ਰੋਟੀ ਦੇਣੀ ਚਾਹੁੰਦੀ ਹਾਂ, ਮੈਂ ਉਹਨਾਂ ਨੂੰ ਰੋਜੀ ਦੇਣੀ ਚਾਹੁੰਦੀ ਹਾਂ, ਮੈਂ ਉਹਨਾਂ ਦੇ ਨਾਲ ਖੜਨਾ ਚਾਹੁੰਦੀ ਹਾਂ, ਹੈ ਨਾ। ਅਤੇ ਉਹ ਕੁੜੀ ਦਾ ਵਾਰ-ਵਾਰ ਆਉਂਦਾ, ਦੀਦੀ ਮੈਨੂੰ ਮਰ ਜਾਣਾ ਚਾਹੀਦਾ। ਮੈਂ ਉਹਨੂੰ ਫੇਰ ਰੋਕਦੀ ਹਾਂ, ਪਲੀਜ਼ ਮੇਰੇ ਕੋਲ ਅੱਜ 10 ਦਿਨ ਟਾਈਮ ਨਹੀਂ, ਪਰ ਤੂੰ ਮਰਨਾ ਨਹੀਂ, ਜੇ ਤੂੰ ਮੈਨੂੰ ਪਿਆਰ ਕਰਦੀ ਹੈ ਤੂੰ ਮਰਨਾ ਨਹੀਂ, ਹੈ ਨਾ। ਪਤਾ ਨਹੀਂ ਕਿੰਨੀਆਂ ਕੁੜੀਆਂ ਜਿਨ੍ਹਾਂ ਦੇ ਮੈਂ ਫੋਨ ਅਟੈਂਡ ਨਹੀਂ ਕਰ ਸਕੀ, ਕੀਤਾ ਕਿੰਨੀਆਂ ਕੁੜੀਆਂ ਵਿਚਾਰੀਆਂ ਸੁਸਾਈਡ ਕਰ ਗਈਆਂ ਹੋਣਗੀਆਂ, ਕਿੰਨੀਆਂ ਕੁੜੀਆਂ ਅੱਜ ਜਿੱਦਾਂ ਕਹਿੰਦੇ ਮਤਲਬ ਇੱਕ ਨਰਕ ਭਰੀ ਜ਼ਿੰਦਗੀ ਜਿਉ ਰਹੀਆਂ ਹੋਣਗੀਆਂ ਜਿਨ੍ਹਾਂ ਦੇ ਫੋਨ ਨਹੀਂ ਚੱਕ ਸਕੀ। ਕਿਹਦੇ ਕਰਕੇ? ਕੁਛ ਕੁ ਗੰਦੇ ਲੋਕਾਂ ਦੀ ਵਜ੍ਹਾ ਕਰਕੇ। ਤੇ ਮੈਂ ਉਹ ਗੰਦੇ ਲੋਕਾਂ ਨੂੰ ਚੈਲੰਜ ਕਰਦੀ ਹਾਂ, ਔਰ ਮੈਂ ਆਪਣੇ ਮਾਪਿਆਂ ਨੂੰ, ਭੈਣ ਭਰਾਵਾਂ ਨੂੰ, ਸਮਾਜ ਨੂੰ, ਦੋਸਤਾਂ ਨੂੰ, ਸਾਰਿਆਂ ਨੂੰ ਕਹਿਣਾ ਚਾਹੁੰਦੀ ਹਾਂ, ਤੁਸੀਂ ਕੋਈ ਵੀ ਗਿਲਟੀ ਫੀਲ ਨਾ ਹੋਵੋ। ਇਹ ਰਾਹ ਇਦਾਂ ਦਾ ਹੀ ਆ, ਇਹ 'ਚ ਕੰਡੇ ਵੀ ਆਉਣਗੇ, ਇਹਦੇ 'ਚ ਅੰਗਿਆਰ ਵੀ ਲੋਕੀ ਮੇਰੇ ਪੈਰਾਂ ਹੇਠਾਂ ਰੱਖਣਗੇ, ਤਿੱਖੇ ਪੱਥਰ ਵੀ ਮੈਨੂੰ ਮਾਰਨਗੇ। ਇੱਥੇ ਲੋਕਾਂ ਨੇ ਸੱਚ ਦੇ ਪੱਥਰ ਮਾਰੇ ਸੀ, ਮੈਨੂੰ ਵੀ ਮਾਰਨਗੇ, ਪਰ ਮੈਂ ਪਹਿਲਾਂ ਹੀ ਰਸਤਾ ਤਾਂ ਹੀ ਚੁਣਿਆ ਕਿ ਮੈਂ ਡਰਨਾ ਨਹੀਂ। ਮੈਂ ਸਮਾਜ ਲਈ ਲੜੂੰਗੀ, ਜਿੱਥੋਂ ਤੱਕ ਮੈਥੋਂ ਹੋ ਸਕਿਆ ਮੈਂ ਲੜੂੰਗੀ। ਤੇ ਗੁਰੂ ਗੋਬਿੰਦ ਪਾਤਸ਼ਾਹ ਮੈਂ ਤੁਹਾਡੇ ਅੱਗੇ ਬੇਨਤੀ ਕਰਦੀ ਹਾਂ, ਅਰਦਾਸ ਕਰਦੀ ਹਾਂ ਵੀ ਜਿਹੜੇ ਇਦਾਂ ਦੇ ਗੰਦੇ ਲੋਕ ਉਹਨਾਂ ਦਾ ਅੰਤ ਕਰ। ਮੈਨੂੰ ਬੜੀ ਖੁਸ਼ੀ ਹੋਊਗੀ ਤੇ ਤੁਸੀਂ ਮੇਰੇ ਨਾਲ ਹੋ, ਗੁਰੂ ਗੋਬਿੰਦ ਪਾਤਸ਼ਾਹ ਮੇਰੇ ਨਾਲ ਹੈ, ਤੁਸੀਂ ਮੇਰੇ ਨਾਲ ਹੋ। ਮੈਂ ਕਿਸ ਤੋਂ ਡਰਦੀ ਨਹੀਂ, ਪਰ ਪਿਆਰੇ ਦੋਸਤੋ ਤੁਹਾਡੇ ਸਾਥ ਦੀ ਲੋੜ ਹੈ। ਤੁਸੀਂ ਗਿਲਟੀ ਫੀਲ ਨਾ ਕਰੋ, ਭਈ ਇਦਾਂ ਗਿਲਟੀ ਫੀਲ ਨਾ ਕਰਿਆ ਜੇ ਕਿ ਕੁਛ ਇਦਾਂ ਦਾ ਉਹ ਬੰਦਾ ਝੂਠਾ ਹੈ। ਸਿਰਫ ਆਪਾਂ ਸਾਰਿਆਂ ਨੇ ਉਹਨੂੰ ਸਵਾਲ ਕਰਨਾ, ਜਿਹੜੇ ਮੈਂ ਦੇਖਿਆ ਤੁਸੀਂ ਸਾਰਿਆਂ ਨੇ ਉਹਦੇ ਤੇ ਕਮੈਂਟਸ ਕਾਫੀ ਲੋਕਾਂ ਨੇ ਕੀਤੇ, ਉਹਨੂੰ ਲਾਈਕ ਕੀਤਾ। ਤੁਸੀਂ ਲਾਈਕ ਔਰ ਕਮੈਂਟਸ ਕਰਨ ਦੀ ਬਜਾਏ ਇਦਾਂ ਦਾ ਕਮੈਂਟ ਕਰੋ, ਭਾਈ ਤੁਸੀਂ ਲਾਈਵ ਹੋਵੋ, ਅਸੀਂ ਤੈਨੂੰ ਦੇਖਣਾ ਚਾਹੁੰਦੇ ਹਾਂ। ਜਿਨ੍ਹਾਂ ਲੋਕਾਂ ਨੂੰ ਪੈਸੇ ਭੇਜ ਰਿਹਾ, ਬਈ 4000 ਜਾਂ 5000 ਰੁਪਈਆ ਭੇਜ ਰਿਹਾ, ਭਈ ਤੁਸੀਂ ਮੇਰੇ ਲਈ ਬੋਲੋ, ਉਹ ਮਤਲਬ ਪਹਿਲਾਂ ਉਹ ਮੁੰਡੇ ਕੁੜੀਆਂ ਉਹਨੂੰ ਪੁੱਛਣ, ਭਾਈ ਲਾਈਵ ਹੋ, ਅਸੀਂ ਤੇਰੀ ਫੋਟੋ ਦੇਖਣੀ ਆ। ਜੇ ਉਹ ਬੰਦਾ ਸੱਚਾ ਆਪਦੀ ਫੋਟੋ ਕਿਉਂ ਨਹੀਂ ਲਾਉਂਦਾ ਪਿਆ? ਫਿਰ ਇੱਥੋਂ ਤੱਕ ਵੀ ਮੈਨੂੰ ਪਤਾ ਲੱਗਿਆ ਇੱਕ ਸਿਆਸੀ ਔਰਤ ਨੂੰ, ਜਿਹੜੀ ਕਿ ਪੰਜਾਬ ਨੂੰ ਬਚਾਉਣ 'ਚ ਜਿਹਨੇ ਐਡੀ ਚੋਟੀ ਦਾ ਜ਼ੋਰ ਲਾਤਾ, ਉਸ ਬੰਦੇ ਨੇ ਉਹਨੂੰ ਵੀ ਬਲੈਕਮੇਲ ਕੀਤਾ। ਤੇ ਅੱਜ ਲਾਸ ਕਿਹਨੂੰ ਹੋਇਆ? ਉਸ ਬੰਦੇ ਨੂੰ ਤਾਂ ਲਾਸ ਨਹੀਂ ਹੋਇਆ, ਸਾਡੇ ਪੰਜਾਬ ਨੂੰ ਲਾਸ ਹੋਇਆ। ਤੇ ਜਦੋਂ ਇਦਾਂ ਕਰਕੇ ਕੁੜੀਆਂ ਦੀਆਂ ਫੋਟੋ ਵਾਇਰਲ ਹੁੰਦੀਆਂ ਰਹਿਣਗੀਆਂ, ਗਲਤ ਵੀਡੀਓ ਵਾਇਰਲ ਹੁੰਦੀਆਂ ਰਹਿਣਗੀਆਂ, ਕੁੜੀਆਂ ਅੱਗੇ ਨਹੀਂ ਆਉਣਗੀਆਂ। ਤੇ ਜਿੰਨ ਚਿਰ ਕੁੜੀਆਂ ਅੱਗੇ ਨਹੀਂ ਆਉਣਗੀਆਂ ਤੇ ਤੁਹਾਨੂੰ ਪਤਾ ਸਮਾਜ ਨਹੀਂ ਬਚ ਸਕਦਾ। ਮਾਈ ਭਾਗੋ ਵਰਗੀਆਂ ਔਰਤਾਂ ਜਦੋਂ ਨਹੀਂ ਹੁੰਦੀਆਂ ਉਦੋਂ ਸਮਾਜ ਨਹੀਂ ਬਚ ਸਕਣਾ ਸੀ। ਅੱਜ ਵੀ ਸਾਨੂੰ ਔਰਤਾਂ ਦੀ ਜ਼ਰੂਰਤ ਹੈ। ਮੇਰੇ ਪਿਆਰੇ ਦੋਸਤੋ, ਮੈਂ ਸਾਰਿਆਂ ਨੂੰ ਕਹਿੰਦੀ ਹਾਂ, ਰਾਜਨੀਤਿਕ ਲੋਕਾਂ ਨੂੰ ਵੀ ਕਹਿੰਦੀ ਹਾਂ, ਧਾਰਮਿਕ ਲੋਕਾਂ ਨੂੰ ਵੀ ਕਹਿੰਦੀ ਹਾਂ, 33% ਰਿਜ਼ਰਵੇਸ਼ਨ ਔਰਤਾਂ ਨੂੰ ਮਿਲੀ ਹੋਈ ਆ। 33% ਔਰਤਾਂ ਰਾਜਨੀਤੀ 'ਚ ਨਹੀਂ ਹੈਗੀਆਂ, 33% ਔਰਤਾਂ ਧਾਰਮਿਕ ਕੰਮਾਂ 'ਚ ਨਹੀਂ ਹੈਗੀਆਂ। ਕਿਉਂ ਨਹੀਂ ਹੈਗੀਆਂ? ਇਹ ਬੇਵਕੂਫ ਲੋਕਾਂ ਦੀ ਵਜ੍ਹਾ ਕਰਕੇ, ਜਿਹੜੇ ਸਮਾਜ ਨੂੰ ਗੰਦਾ ਕਰ ਰਹੇ ਆ, ਜਿਹੜੇ ਔਰਤਾਂ ਤੇ ਦੂਸ਼ਣ ਲਾ ਰਹੇ ਆ। ਤਾਂ ਆਓ, ਜੇ ਤੁਸੀਂ ਉਸ ਦਿਨ ਤੁਸੀਂ ਮੇਰੇ ਉਲਟ ਕਾਫੀ ਲੋਕ ਹੋਏ, ਜੇ ਤੁਸੀਂ ਇਸ ਗੱਲ ਨੂੰ ਸਵੀਕਾਰਦੇ ਹੋ ਕਿ ਗਲਤ ਨਹੀਂ ਹੋਣਾ ਚਾਹੀਦਾ, ਤੇ ਫਿਰ ਤੁਸੀਂ ਆਓ, ਆਪਾਂ ਉਸ ਬੰਦੇ ਦਾ ਵੀ ਮੁਕਾਬਲਾ ਕਰੀਏ ਤੇ ਔਰਤਾਂ ਨੂੰ ਵੀ ਅੱਗੇ ਲੈ ਕੇ ਆਈਏ। ਜਿੰਨਾ ਚਿਰ 33% ਔਰਤਾਂ ਨੂੰ ਰਿਜ਼ਰਵੇਸ਼ਨ ਮਿਲੀ, 33% ਔਰਤਾਂ ਹੀ ਅਸੀਂ ਰਾਜਨੀਤਿਕ, ਧਾਰਮਿਕ ਤੇ ਹੋਰ ਸੰਸਥਾਵਾਂ 'ਚ ਨਹੀਂ ਲਿਆ ਸਕੇ। ਸੋਸ਼ਲ ਮੀਡੀਆ ਤੇ ਵੀ 33% ਔਰਤਾਂ ਐਕਟਿਵ ਨਹੀਂ। ਕਿਉਂ ਨਹੀਂ? 3% ਔਰਤਾਂ ਵੀ ਐਕਟਿਵ ਨਹੀਂ। ਕਿਉਂ ਨਹੀਂ? ਕਿਉਂਕਿ ਉਹਨਾਂ ਤੇ ਦੂਸ਼ਣ ਲਾਏ ਜਾਂਦੇ ਆ, ਉਹਨਾਂ ਤੇ ਉਂਗਲੀ ਚੱਕੀ ਜਾਂਦੀ ਹੈ। ਮੈਂ ਫਿਰ ਤੋਂ ਆਪਣੇ ਚਾਹੁਣ ਵਾਲਿਆਂ ਨੂੰ, ਆਪਣੇ ਪੇਰੈਂਟਸ ਨੂੰ, ਆਪਣੇ ਭੈਣ ਭਰਾਵਾਂ ਨੂੰ, ਆਪਣੇ ਸਾਰੇ ਦੋਸਤਾਂ ਮਿੱਤਰਾਂ ਨੂੰ, ਆਪਣੇ ਸਮਾਜ ਨੂੰ ਇਹ ਗੱਲ ਕਹਿਣਾ ਚਾਹੁੰਦੀ ਹਾਂ ਕਿ ਬੇਅੰਤ ਦਾ ਇੱਦਾਂ ਦਾ ਕੋਈ ਪਾਸਟ ਨਹੀਂ ਕਿ ਤੁਹਾਨੂੰ ਸ਼ਰਮਿੰਦੇ ਹੋਣਾ ਪਵੇ। ਜੋ ਵੀ ਹੋਇਆ ਹੋਊਗਾ ਮੇਰੇ ਪਾਸਟ ਵਿੱਚ, ਉਹ ਇਦਾਂ ਦਾ ਹੀ ਹੋਇਆ ਹੋਊਗਾ ਜਿਹੜਾ ਸਾਰੇ ਸਮਾਜ ਨੂੰ ਪਤਾ ਹੋਊਗਾ। ਉਹ 'ਚ ਕੁਝ ਗਲਤ ਨਹੀਂ ਹੋਏਗਾ, ਤੁਹਾਨੂੰ ਸ਼ਰਮਿੰਦੇ ਹੋਣ ਦੀ ਲੋੜ ਨਹੀਂ ਹੈ। ਬੇਅੰਤ ਤੁਹਾਡੇ ਲਈ ਖੜੀ ਸੀ, ਸਮਾਜ ਲਈ ਖੜੀ ਸੀ, ਅੱਜ ਵੀ ਮੈਂ ਖੜੀ ਹਾਂ। ਮੈਂ ਕਿਸ ਤੋਂ ਡਰਦੀ ਨਹੀਂ। ਤੇ ਸਿੰਘ ਹਰਪ੍ਰੀਤ ਆਪਣੀ ਆਈਡੀ ਲੈ ਕੇ ਸਾਹਮਣੇ ਆ ਜਾ, ਤੇ ਫਿਰ ਮੈਂ ਤੇਰੇ ਜਿਹੜੀਆਂ ਤੂੰ ਪੋਸਟਾਂ ਪਾਈਆਂ ਉਹਦੇ ਬਾਰੇ ਮੈਂ ਤੇਰੀ ਚੁਣੌਤੀ ਸਵੀਕਾਰ ਕਰ ਲਵਾਂਗੀ। ਹਾਂ, ਪਹਿਲਾਂ ਤੂੰ ਆਪਣੀ ਆਈਡੀ ਦਿਖਾ ਦੇ। ਜਿਹੜਾ ਬੰਦਾ ਖੁਦ ਜਿਹਦੀ ਜਾਲੀ ਆਈਡੀ ਹੈਗੀ ਆ ਤੇ ਉਹ ਦੂਸਰਿਆਂ ਨੂੰ ਕਿੱਦਾਂ ਇੱਦਾਂ ਟੌਰਚਰ ਕਰ ਸਕਦਾ। ਤੇ ਸੋ ਮੈਨੂੰ ਤੁਹਾਡੇ ਸਾਥ ਦੀ ਲੋੜ ਹੈ। ਇਹੋ ਜਿਹੇ ਬੰਦੇ ਨੂੰ ਜਿੱਦਾਂ ਜਾ ਕੇ ਇਹੀ ਸਵਾਲ ਕਰੋ ਬਸ ਉਹਦੀ ਆਈਡੀ ਤੇ, ਬਾਈ ਆਪਦਾ ਚਿਹਰਾ ਦਿਖਾ, ਲਾਈਵ ਹੋ। ਠੀਕ ਹੈ? ਜਦੋਂ ਉਹ ਲਾਈਵ ਹੋਊਗਾ, ਉਹ ਕੌਣ ਹੈ? ਉਹ ਬੰਦਾ ਜਿਹ 'ਚ ਟੋਰਾਂਟੋ 'ਚ ਤੇ ਜਿਹਦੇ 'ਚ ਖੋਸਾ ਪਾਂਡੋ ਤੋਂ ਕੇਸ ਹੋਏ ਵੇ ਆ। ਜੇ ਕੋਈ ਖੋਸਾ ਪਾਂਡੋ ਦੇ ਲੋਕ ਵੀ ਸੁਣ ਰਹੇ ਹੈਗੇ ਆ ਤਾਂ ਉਹ 9465506210 ਤੇ ਮੈਨੂੰ ਮੈਸੇਜ ਕਰ ਸਕਦੇ ਵੀ ਅਸੀਂ ਖੋਸਾ ਪਾਂਡੋ ਤੋਂ ਹੈਗੇ ਆ। ਮੈਂ ਉਹਨਾਂ ਨੂੰ FIR ਭੇਜੂੰਗੀ ਔਰ ਉਹਦੀਆਂ ਫੋਟੋ ਭੇਜੂੰਗੀ, ਔਰ ਜਿਹੜੀਆਂ ਟੋਰਾਂਟੋ ਵਿੱਚ ਉਹਦੇ ਲਈ ਖਬਰਾਂ ਲੱਗੀਆਂ ਸੋ ਭੇਜੂੰਗੀ। ਦੂਸਰੀ ਗੱਲ, ਜੇ ਕਿਸੇ ਨੇ ਮੇਰੇ ਤੇ ਉਂਗਲ ਚੱਕਣੀ ਆ, ਚੱਕੋ, ਮੇਰੇ ਜਿੰਨਾ ਵਰਕ ਕਰੋ। ਪਹਿਲਾਂ
20 ਸਾਲ ਤੋਂ ਮੈਂ ਸਮਾਜ ਲਈ ਕਰ ਰਹੀ ਹਾਂ। ਮੇਰੇ ਜਿੰਨਾ ਵਰਕ ਕਰੋ ਮੈਨੂੰ ਕੋਈ ਅਫਸੋਸ ਨਹੀਂ ਆ। 20 ਸਾਲ ਤੁਸੀਂ ਸਮਾਜ ਸੇਵਾ ਕਰੋ, ਰੁੱਖ ਬਚਾਓ, ਪੁੱਤ ਬਚਾਓ, ਕੁੱਖਾਂ ਬਚਾਓ, ਫਸਲਾਂ ਬਚਾਓ, ਨਸਲਾਂ ਬਚਾਓ, ਹੈ ਨਾ। ਆਪਣਾ ਘਰ ਛੱਡ ਕੇ ਭੁੱਖੇ ਤੁਸੀਂ ਜਾਓ ਤੇ ਮੈਨੂੰ ਕੋਈ ਅਫਸੋਸ ਨਹੀਂ ਆ। ਤੁਸੀਂ ਮੇਰੇ ਤੇ ਉਂਗਲ ਚੱਕ ਸਕਦੇ ਹੋ। ਮੇਰੇ ਬਰਾਬਰ ਕੰਮ ਕਰੋ ਤੇ ਤੁਸੀਂ ਮੇਰੇ ਤੇ ਉਂਗਲ ਚੱਕੋ। ਬਹੁਤ ਸਾਰੇ ਇਹ ਮੇਰੇ ਦੁਸ਼ਮਣ ਹੈ, ਮੈਨੂੰ ਪਤਾ ਹੈ ਮੇਰੇ ਦੁਸ਼ਮਣ ਉਹੀ ਆ। ਮੈਂ ਫਿਰ ਰਿਪੀਟ ਕਰਨ ਲੱਗੀ ਹਾਂ, ਜਿਨ੍ਹਾਂ ਤੋਂ ਮੈਂ ਸਮਾਜ ਨੂੰ ਬਚਾਇਆ ਉਹ ਮੇਰੇ ਦੁਸ਼ਮਣ ਆ ਤੇ ਉਹ ਮੇਰੇ ਲਈ ਵੱਧ ਤੋਂ ਵੱਧ ਕਹਿਣਗੇ ਵੀ। ਪਰ ਬੇਅੰਤ ਨਾ ਡਰਦੀ ਸੀ, ਨਾ ਡਰੀ ਹਾਂ ਤੇ ਨਾ ਹੀ ਡਰਨਾ। ਇੱਦਾਂ ਕਿਸੇ ਨਾਲ ਝੂਠੇ ਨਾਂ ਜੋੜ ਕੇ ਤੁਸੀਂ ਕਿਸੇ ਨੂੰ ਉਹ ਜਲੀਲ ਨਹੀਂ ਕਰ ਸਕਦੇ। ਮੈਂ 2 ਦਿਨ ਤੋਂ ਚੁੱਪ ਸੀ ਭਈ ਚਲੋ ਛੱਡੋ ਵੀ ਬੇਅੰਤ, ਹੈ ਨਾ। ਹੁਣ ਮੇਰੇ ਚਾਹੁਣ ਵਾਲਿਆਂ ਦੇ ਫੋਨ ਆਏ, ਹੈ ਨਾ, ਮੇਰੇ ਬਹੁਤ ਪਿਆਰਿਆਂ ਦੇ ਫੋਨ ਆਏ, ਬੇਅੰਤ ਤੂੰ ਚੁੱਪ ਕਿਉਂ ਆ, ਅਸੀਂ ਕੁਝ ਗੁਨਾਹ ਨਹੀਂ ਕੀਤਾ। ਉਸ ਬੰਦੇ ਨੂੰ ਸਾਹਮਣੇ ਲਿਆ, ਪਰ ਫਿਰ ਵੀ ਮੈਂ ਚੁੱਪ ਸੀ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਮਤਲਬ ਇੱਦਾਂ ਸਮਾਜ 'ਚ ਹੁੰਦਾ ਹੀ ਰਹਿੰਦਾ। ਪਰ ਫਿਰ ਮੈਨੂੰ ਰਾਤੀ ਬਹੁਤ ਸਾਰੀਆਂ ਕਾਲਾਂ ਆਈਆਂ, ਔਰਤਾਂ ਦੀਆਂ ਵੀ ਆਦਮੀਆਂ ਦੀ ਵੀ, ਬੇਅੰਤ ਚੁੱਪ ਨਹੀਂ ਕਰਨਾ। ਜੇ ਤੂੰ ਚੁੱਪ ਕਰ ਗਈ ਤੇ ਬੰਦਾ ਤੈਨੂੰ ਹੋਰ ਬਲੈਕਮੇਲ ਕਰੂਗਾ। ਸਾਰੇ ਹੁਣ ਮੈਂ ਸਿੰਘ ਹਰਪ੍ਰੀਤ ਤੈਨੂੰ ਇਹ ਕਹਿੰਦੀ ਹਾਂ, ਜੇ ਤੇਰੇ ਇੰਨੇ ਕਾਲੇ ਕੋਬਰੇ ਆ ਜਿਹੜੇ ਛੱਡੇ ਹੋਏ ਆ, ਉਹ ਕਾਲੇ ਕੋਬਰੇ ਮੋਦੀ ਕੋਲੇ ਭੇਜ, ਆਪਾਂ ਬਿੱਲ ਰੱਦ ਕਰਾਈਏ, ਹੈ ਨਾ। ਤੇਰੇ ਕੋਲ ਇੰਨੇ ਕਾਲੇ ਕੋਬਰੇ ਆ ਨਾ। ਤੇ ਬਾਕੀ ਰਹੀ ਗੱਲ, ਬੇਅੰਤ ਕਾਲੇ ਕੋਬਰਿਆਂ ਤੋਂ ਨਹੀਂ ਡਰੀ ਸੀ ਕਦੇ, ਤੇ ਤੇਰੀਆਂ ਤਾਂ ਡਮੂਈਆਂ ਤੋਂ ਮੈਂ ਡਰਨਾ ਹੀ ਕੀ ਆ। ਕਾਲੇ ਕੋਬਰੇ ਨਾ ਮੇਰੇ ਪੈਰਾਂ ਹੇਠਾਂ ਨੱਪੇ ਹੋਏ ਆ। ਬੇਅੰਤ ਤਾਂ ਸਿਰੀਆਂ ਇੱਦਾਂ ਭੰਨ ਦਿੰਦੀ ਹੈ ਕਾਲੇ ਕੋਬਰਿਆਂ ਦੀਆਂ ਵੀ। ਜੇ ਕਿਸੇ ਨੂੰ ਸ਼ੱਕ ਹੈ ਤਾਂ ਮੇਰਾ ਜਿੱਦਾਂ ਪਿੱਛੇ ਸਾਰੀ ਮੇਰੀ ਫੇਸਬੁੱਕ ਫਰੋਲ ਸਕਦੇ ਆ, ਫੇਸਬੁੱਕ ਪੇਜ ਫਰੋਲ ਸਕਦੇ ਆ। ਫੇਸਬੁੱਕ ਆਈਡੀ ਨੂੰ ਦੀਆਂ ਮੈਂ ਕੰਧਾਂ ਉੱਚੀਆਂ ਕੀਤੀਆਂ ਕਿ ਕੁਛ ਕੁੱਤੇ ਲੋਕਾਂ ਨੇ ਮੇਰੀਆਂ ਫੋਟੋ ਚੱਕ ਕੇ ਉਹਨਾਂ ਨੂੰ ਐਡਿਟ ਕਰਨਾ ਸ਼ੁਰੂ ਕਰ ਦਿੱਤਾ ਸੀ। ਤੇ ਬਾਕੀ ਡਰਦੀ ਬੇਅੰਤ ਕਿਸੇ ਤੋਂ ਵੀ ਨਹੀਂ ਆ। ਮੈਨੂੰ ਬਲੈਕਮੇਲ ਕਰਨਾ ਤੇ ਕਰੀ ਜਾਓ। ਦੁਨੀਆ ਤੇ ਬਹੁਤ ਕੁਛ ਹੁੰਦਾ ਹੈ ਨਾ। ਅਸੀਂ ਐਡਿਟ ਕਰਕੇ ਫੋਟੋ ਲਾ ਸਕਦੇ ਹਾਂ, ਐਡਿਟ ਕਰਕੇ ਵੀਡੀਓ ਬਣਾ ਸਕਦੇ ਹਾਂ, ਕੁਛ ਵੀ ਹੋ ਸਕਦਾ ਹੈ ਨਾ। ਕੰਪਿਊਟਰ ਦਾ ਜ਼ਮਾਨਾ, ਕੁਛ ਵੀ ਪ੍ਰਿੰਟ ਕਰ ਸਕਦੇ ਹੋ ਤੁਸੀਂ। ਸੋ ਮੇਰੇ ਪਿਆਰੇ ਦੋਸਤੋ, ਮੈਨੂੰ ਤੁਹਾਡੇ ਸਾਥ ਦੀ ਲੋੜ ਆ, ਚੰਗੇ ਲੋਕਾਂ ਦੀ। ਤੁਸੀਂ ਮੇਰੇ ਨਾਲ ਜੁੜੇ ਰਹੋ। ਆਪਾਂ ਇੱਦਾਂ ਦੇ ਲੋਕਾਂ ਨੂੰ ਸਵਾਲ ਕਰੀਏ, ਘਬਰਾਓ ਬਿਲਕੁਲ ਨਾ। ਮੈਨੂੰ ਤੁਹਾਡਾ ਜਿਹੜਾ ਤੁਹਾਡੇ 2 ਲਫ਼ਜ਼ ਵੀ ਆ, ਮੇਰਾ ਹੌਸਲਾ ਵਧਾਉਣਗੇ। ਅੱਗੇ ਵੀ ਮੈਂ ਤੁਹਾਡੇ ਕਰਕੇ ਹੀ ਆ ਜੋ ਵੀ ਆ, ਕਿਉਂਕਿ ਤੁਸੀਂ ਮੈਨੂੰ ਹੌਸਲਾ ਦਿੱਤਾ। ਇਸ ਪੋਸਟ ਨੂੰ ਸ਼ੇਅਰ ਕਰੋ ਤਾਂ ਜੋ ਸਿੰਘ ਹਰਪ੍ਰੀਤ ਤੱਕ ਤੇ ਹੋਰ ਲੋਕਾਂ ਤੱਕ ਵੀ ਪਹੁੰਚ ਜਾਵੇ। ਤੇ ਬਹੁਤ ਬਹੁਤ ਸ਼ੁਕਰੀਆ ਪਿਆਰੇ ਦੋਸਤੋ, ਤੁਸੀਂ ਇੰਨਾ ਸਮਾਂ ਦਿੱਤਾ, ਮੇਰੇ ਨਾਲ ਜੁੜੇ ਹੋ। ਤੇ ਮੈਨੂੰ ਮਤਲਬ ਹੌਸਲਾ ਮੇਰਾ ਬਣਿਆ ਰਹੇ ਕਿ ਆਪਾਂ ਸਮਾਜ ਲਈ ਕੁਛ ਕਰੀਏ। ਪੰਜਾਬ ਬਚਾਓ ਮੰਚ ਦੇ ਦੋਸਤਾਂ ਲਈ ਵੀ ਮੇਰਾ ਸੁਨੇਹਾ ਹੈਗਾ ਭਈ ਪਿੰਡਾਂ ਵਿੱਚ 1 ਲਾਈਫ 1 ਟਰੀ ਵੱਲੋਂ ਜਿਹੜੇ ਦਰਖਤ ਹੈਗੇ ਉਹ ਵੰਡੇ ਜਾ ਰਹੇ ਆ, ਪਰ ਉਹ ਪੰਜਾਬ ਬਚਾਓ ਮੰਚ ਦੀ ਟੀਮ ਦੇ ਸਹਿਯੋਗ ਨਾਲ ਵੰਡੇ ਜਾ ਰਹੇ ਆ। ਕਿ ਜਿਹੜੇ ਪਿੰਡ ਵਿੱਚ ਪੰਜਾਬ ਬਚਾਓ ਮੰਚ ਦੀ ਟੀਮ ਬਣੀ ਆ ਤਾਂ 1 ਲਾਈਫ 1 ਟਰੀ ਸਾਡੇ ਵੀਰ ਜੀ ਇੱਥੋਂ ਮੋਗੇ ਤੋਂ ਹੈਗੇ ਹਰਪ੍ਰੀਤ ਸਿੰਘ, ਉਹ ਵੰਡ ਰਹੇ ਹੈਗੇ ਆ। ਤਾਂ ਉਹ ਜਿੱਥੇ ਇਹ ਟੀਮ ਬਣੀ ਆ ਪੰਜਾਬ ਬਚਾਓ ਮੰਚ ਜਿਹੜੇ ਪਿੰਡ 'ਚ ਬਣੀ ਹੈਗੀ ਆ, ਤੇ ਉੱਥੇ ਉਹ ਬੂਟੇ ਦੇ ਕੇ ਆਉਂਦੇ ਆ। ਤਾਂ ਦੋਨਾਂ ਜਿਹੜੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਉਹ ਬੂਟੇ ਚੱਲਦੇ ਹੈਗੇ ਆ। ਤੇ ਤੁਸੀਂ ਇਹ ਟੀਮ ਕਿੱਦਾਂ ਬਣਾਉਣੀ ਹੈ? ਇਹ ਟੀਮ ਤੁਸੀਂ ਇੱਦਾਂ ਬਣਾਉਣੀ ਹੈ ਕਿ ਤੁਸੀਂ 10 ਜਾਂ 11 ਲੋਕ, ਉਹ 'ਚ ਔਰਤਾਂ ਵੀ ਸ਼ਾਮਲ ਹੋ ਸਕਦੀਆਂ, ਬੇਸ਼ੱਕ ਇਕੱਲੀਆਂ ਔਰਤਾਂ ਵੀ ਉਹ 'ਚ ਹੋ ਸਕਦੀਆਂ। ਉਹ 11 ਲੋਕਾਂ ਦੀ ਇੱਕ ਟੀਮ ਤੁਸੀਂ ਆਪਣੇ ਨਾਮ ਰਜਿਸਟਰ 'ਤੇ ਉਹਦੇ ਨੋਟ ਕਰ ਲੈਣੇ ਹੈਗੇ ਆ। ਤੇ ਤੁਹਾਨੂੰ 1 ਲਾਈਫ 1 ਟਰੀ ਵਾਲੇ ਦਰਖਤ ਦੇ ਕੇ ਜਾਣਗੇ, ਤੁਹਾਡੀ ਹੈਲਪ ਕਰਕੇ ਜਾਣਗੇ ਲਵਾਉਣ ਵਿੱਚ। ਬਸ ਤੁਸੀਂ ਉਹਨਾਂ ਨੂੰ ਸੰਭਾਲਣਾ ਹੈ। ਤਾਂ ਅਸੀਂ ਪੰਜਾਬ ਬਚਾਓ ਮੰਚ ਵੱਲੋਂ ਜਿੱਦਾਂ ਪੰਜਾਬ ਬਚਾਓ ਮੰਚ ਦੀ ਮੈਂ ਅਗਵਾਈ ਕਰ ਰਹੀ ਹਾਂ, ਤਾਂ ਇੱਕ ਉਹਦੇ ਵੱਲੋਂ ਮੈਂ ਤੁਹਾਨੂੰ ਇਹ ਬੇਨਤੀ ਕਰਦੀ ਹਾਂ ਕਿ ਸਾਰੇ ਪਿੰਡਾਂ 'ਚ ਪੰਜਾਬ ਬਚਾਓ ਮੰਚ ਦੀਆਂ ਕਲੱਬਾਂ ਜਾਂ ਇੱਦਾਂ 11 ਮੈਂਬਰੀ ਕਮੇਟੀਆਂ ਬਣਾ ਲਓ, ਰਜਿਸਟਰ 'ਤੇ ਸਿਰਫ ਆਪਣੇ ਨਾਮ ਦਰਜ ਕਰਨੇ ਆ। ਤੇ ਉਹਦੇ ਲਈ ਤੁਹਾਨੂੰ ਦਰਖਤ ਮਿਲਣਗੇ, ਦਰਖਤ ਤੁਹਾਨੂੰ ਫ੍ਰੀ 'ਚ ਦਿੱਤੇ ਜਾਣਗੇ, ਬਸ ਤੁਸੀਂ ਸੰਭਾਲ ਕਰਨੀ ਹੈ। ਤੇ ਬਹੁਤ ਬਹੁਤ ਸ਼ੁਕਰੀਆ ਪਿਆਰੇ ਦੋਸਤੋ। ਫਿਰ ਤੋਂ ਮੈਂ ਆਪਣੇ ਚਾਹੁਣ ਵਾਲਿਆਂ ਨੂੰ, ਆਪਣੇ ਭੈਣ ਭਰਾਵਾਂ ਨੂੰ, ਆਪਣੇ ਮਾਂ ਪਿਓ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਬੇਅੰਤ ਦਾ ਐਸਾ ਕੋਈ ਪਾਸਟ ਨਹੀਂ ਹੈ ਕਿ ਤੁਹਾਨੂੰ ਸ਼ਰਮਿੰਦੇ ਹੋਣਾ ਪਵੇ। ਤੇ ਤੁਹਾਨੂੰ ਜਿਹੜਾ ਤੁਸੀਂ ਪਹਿਲਾਂ ਮੇਰੇ ਤੇ ਪ੍ਰਾਊਡ ਕਰਦੇ ਸੀ, ਉੱਦਾਂ ਹੀ ਮੇਰੇ ਤੇ ਪ੍ਰਾਊਡ ਕਰੋਗੇ ਕਿ ਬੇਅੰਤ ਵੀ ਉੱਦਾਂ ਹੀ ਉੱਚੀ ਧੌਣ ਕਰਕੇ ਸਮਾਜ ਵਿੱਚ ਜਿਉ ਸਕਦੀ ਹੈ। ਮੇਰਾ ਐਸਾ ਕੋਈ ਪਾਸਟ ਨਹੀਂ ਹੈ ਕਿ ਤੁਹਾਨੂੰ ਸ਼ਰਮਿੰਦੇ ਹੋਣਾ ਪਵੇ ਜਾਂ ਬੇਅੰਤ ਨੂੰ ਸ਼ਰਮਿੰਦੇ ਹੋਣਾ ਪਵੇ। ਫਿਰ ਤੋਂ ਸਿੰਘ ਹਰਪ੍ਰੀਤ, ਤੈਨੂੰ ਇੱਕ ਚੈਲੰਜ ਆ ਕਿ ਜੇ ਤੂੰ ਇੰਨਾ ਸੱਚਾ ਔਰ ਪਿਓ ਦਾ ਤਾਂ ਆਪਣੀ ID ਦਿਖਾ ਦੇ, ਲਾਈਵ ਹੋ ਕੇ, ਲਾਈਵ ਹੋ, ਆਪਦਾ ਚਿਹਰਾ ਵੀ ਦਿਖਾਓ, ਆਪਣੀ ID ਦਿਖਾ। ਬਹੁਤ ਬਹੁਤ ਸ਼ੁਕਰੀਆ ਪਿਆਰੇ ਦੋਸਤੋ। ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿ ਇੱਦਾਂ ਦੇ ਗੰਦੇ ਲੋਕਾਂ ਤੱਕ ਪਹੁੰਚ ਸਕੇ। ਬਾਕੀ ਮੈਂ ਆਪਣੇ ਪੰਜਾਬ ਲਈ ਖੜੀ ਹਾਂ। ਮੈਨੂੰ ਮੇਰੇ ਘਰ 'ਚ ਕਿਸੇ ਚੀਜ਼ ਦੀ ਕਮੀ ਨਹੀਂ ਹੈ, ਨਾ ਤਾਂ ਰੋਟੀ ਦੀ, ਨਾ ਪਾਣੀ ਦੀ, ਨਾ ਛੱਤ ਦੀ, ਕਿਸੇ ਚੀਜ਼ ਦੀ ਕਮੀ ਨਹੀਂ ਹੈ। ਤੇ ਮੈਂ ਸਿਰਫ ਤੇ ਸਿਰਫ ਜੇ ਮੈਂ ਧੁੱਪਾਂ ਸੇਕਦੀ ਹਾਂ, ਜੇ ਮੈਂ ਮੀਂਹਾਂ 'ਚ ਬਾਹਰ ਜਾਂਦੀ ਹਾਂ, ਜਿਵੇਂ ਹੁਣ ਵੀ ਮੈਂ ਗਰਮੀ 'ਚ ਖੜੀ ਹਾਂ, ਤਾਂ ਮੈਂ ਸਿਰਫ ਆਪਣੇ ਪੰਜਾਬ ਲਈ ਖੜੀ ਹਾਂ। ਮੈਂ ਹੋਰ ਕਿਸੇ ਮਕਸਦ ਲਈ ਨਹੀਂ। ਮੈਂ ਕਿਸ ਤੋਂ ਪੈਸੇ ਬਲੈਕਮੇਲ ਕਰਕੇ ਨਹੀਂ ਲੈਂਦੀ। ਮੈਂ ਕਿਸ ਤੋਂ ਅੱਜ ਤੱਕ ਜੇ ਕੋਈ ਪੈਸਾ ਲਿਆ ਹੋਵੇ ਕੋਈ ਸਬੂਤ ਕਰ ਸਕਦਾ। ਤੇ ਮੈਨੂੰ ਨਹੀਂ ਲੱਗਦਾ ਕਿ ਮੈਂ ਆਪਣੇ ਲਈ ਵਰਕ ਕਰਦੀ ਹਾਂ, ਮੈਂ ਸਮਾਜ ਲਈ ਕਰਦੀ ਹਾਂ। ਤੇ ਸਮਾਜ ਲਈ ਵਰਕ ਕਰਦੀ ਹੋਣ ਦੇ ਨਾਤੇ ਤੁਹਾਡਾ ਵੀ ਫਰਜ਼ ਹੈ, ਤੁਸੀਂ ਮੇਰੇ ਨਾਲ ਖੜੋ। ਬਹੁਤ ਸ਼ੁਕਰੀਆ ਪਿਆਰੇ ਦੋਸਤੋ।